देखो ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਸਾਰਾ ਯੂਥ ਜਿਹੜਾ ਹੈ ਉਹ ਪੰਜਾਬ ਤੋਂ ਬਾਹਰ ਨਿਕਲ ਰਿਹਾ ਹੈ। ਇਹ ਆਪਾਂ ਨੂੰ ਠੀਕ ਨਹੀਂ ਹੈ। ਇਹਦਾ ਮਤਲਬ ਪੰਜਾਬ 'ਚ ਜਿਹੜਾ ਆਪਾਂ ਮਾਡਲ ਚੱਲ ਰਿਹਾ ਆਪਣਾ ਉਹ ਠੀਕ ਨਹੀਂ ਹੈ। ਕਿਉਂ ਕੋਰੀ ਲੇਬਰ ਕਰਨ ਮੁੰਡੇ ਬਾਹਰ ਆਉਣ? ਕਿਉਂ ਪੰਜਾਬ ਵਿੱਚ ਕੋਈ ਹੋਪ ਨਹੀਂ ਨਜ਼ਰ ਆਉਂਦੀ ਉਹਨਾਂ ਨੂੰ? ਦੇਖੋ 2001 ਚ ਸ਼ਾਇਦ ਮੈਂ ਐਮਬੈਸਡਰ ਸੀ ਜਦ ਆਬੂ ਧਾਬੀ ਜੀ। ਬਾਦਲ ਸਾਹਿਬ ਆਏ ਜੀ ਆਫੀਸ਼ੀਅਲ ਵਿਜ਼ਿਟ ਤੇ ਨਹੀਂ ਸੀ, ਅਨਅਫੀਸ਼ੀਅਲ ਤੇ ਆਏ। ਮੈਂ ਘਰ ਰੱਖਿਆ ਇੱਕ ਦਿਨ ਉਹਨਾਂ ਨੂੰ, ਸਾਰੇ ਘੁਮਾਇਆ। ਮੈਂ ਉਹਨਾਂ ਨੂੰ 2001 ਚ ਕਿਹਾ 20 ਸਾਲ ਪਹਿਲਾਂ, ਜੀ ਮੈਂ ਕਿਹਾ ਜੀ ਦੇਖੋ ਇੱਥੇ ਲੇਬਰ 'ਚ ਮੈਂ ਪਹਿਲੀ ਵਾਰ ਦੇਖ ਰਿਹਾ ਸਾਫੇ ਵਾਲੇ ਮੁੰਡੇ ਆ ਰਹੇ ਲੇਬਰ 'ਚ। ਕਈ ਲੋਕ ਗੱਲ ਕਰਦੇ ਨੇ ਕਿ ਕਿਆ ਪੰਜਾਬ ਨੂੰ ਕੈਲੀਫੋਰਨੀਆ ਦੇ ਮਾਡਲ ਤੇ ਇੱਕ ਆਈਟੀ ਹੱਬ ਦੀ ਤਰ੍ਹਾਂ ਬਣਾਇਆ ਜਾਏ। ਆਨ ਨੌਕਰੀਆਂ ਤੇ ਉਹਨਾਂ ਨੂੰ ਸਕਿੱਲ ਸੈੱਟ ਦਿਓ, ਜਿਵੇਂ ਫਿਲੀਪੀਨ ਜਦ ਭੇਜਦਾ ਹੈ, ਗਲਫ 'ਚ ਵੀ ਭੇਜਦਾ ਹੈ, ਜੀ। ਉਹ ਟ੍ਰੇਨ ਕਰਕੇ ਭੇਜਦਾ ਬੰਦਿਆਂ ਨੂੰ, ਵੇਟਰ ਬਣੂਗਾ, ਕੁੱਕ ਬਣੂਗਾ, ਕੋਈ ਸਕਿੱਲ ਸੈੱਟ ਤਾਂ ਹੋਵੇ ਨਾ। ਉਹਦੇ ਬਿਨਾਂ ਤੁਸੀਂ ਕੋਰੀ ਲੇਬਰ ਜੇ ਬੰਦੇ ਬਾਹਰ ਭੇਜਣੇ ਹੈ ਔਰ ਇੰਨੀ ਗਰਮੀ 'ਚ ਉਹਨਾਂ ਨੇ ਕੰਮ ਕਰਨਾ ਹੈ ਉੱਥੇ, ਜੀ ਤੇ ਇਹਦਾ ਮਤਲਬ ਤੁਹਾਡਾ ਆਪਣਾ ਮਾਡਲ ਫੇਲ ਹੈ। ਅੱਛਾ ਹੁਣ ਉਹ 20 ਸਾਲ 'ਚ ਤਾਂ ਕੁਝ ਹੋਇਆ ਨਹੀਂ। 2 ਵਾਰ ਬਾਦਲ ਸਾਹਿਬ ਰਹਿ ਲਏ, 1 ਵਾਰ ਕੈਪਟਨ ਸਾਹਿਬ ਰਹਿ ਲਏ। ਕੈਰੋਂ ਸਾਹਿਬ ਦੇ ਬਾਅਦ ਮੈਂ ਸਮਝਦਾ ਕੋਈ ਚੀਫ ਮਿਨਿਸਟਰ ਨਹੀਂ ਆਇਆ ਜਿਹੜਾ ਇਹ ਸੋਚੇ ਕਿ ਪੰਜਾਬ ਨੂੰ ਅਗਲੇ 5 ਸਾਲ 'ਚ, 10 ਸਾਲ 'ਚ, 15 ਸਾਲ 'ਚ ਕਿੱਧਰ ਲਿਜਾਣਾ ਹੈ ਔਰ ਉਹਦਾ ਕੀ ਰੋਡ ਮੈਪ ਹੋਊਗਾ। ਪ੍ਰਧਾਨ ਮੰਤਰੀ ਵੀ ਕਹੀ ਜਾਂਦੇ ਮੈਂ ਡਬਲ ਕਰ ਦੂੰਗਾ ਇਨਕਮ ਕਿਸਾਨਾਂ ਦੀ। ਕਿਵੇਂ ਡਬਲ ਕਰ ਦੋਗੇ? ਤੁਸੀਂ ਐਮਐਸਪੀ ਬਤਾ ਦੋਗੇ? ਐਮਐਸਪੀ ਤੁਸੀਂ ਬਤਾਉਣਾ ਨਹੀਂ ਚਾਹੁੰਦੇ, ਮਿਨੀਮਮ ਸਪੋਰਟ ਪ੍ਰਾਈਸ ਜੀ। ਤੇ ਆਪੇ ਬੈਠੇ ਬਿਠਾਏ ਡਬਲ ਕਿਵੇਂ ਹੋ ਜੂਗੀ ਇਨਕਮ? ਪੰਜਾਬ ਦੀ ਪਰ ਕੈਪੀਟਾ ਵੀ ਦੇਖੋ 1980-82 ਤਾਈਂ ਜੀ ਅਸੀਂ ਪਰ ਕੈਪੀਟਾ 'ਚ 1 ਨੰਬਰ ਸੀ ਹਿੰਦੁਸਤਾਨ 'ਚ। ਜੀ ਅੱਜ 12 ਜਾਂ 13 ਹੈ। ਅੱਛਾ ਹਰਿਆਣਾ ਵੀ ਅੱਗੇ ਨਿਕਲ ਗਿਆ, ਹਿਮਾਚਲ ਵੀ ਅੱਗੇ ਨਿਕਲ ਗਿਆ। ਜੀ ਕਿਉਂ? ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਸ਼ਮੀਤਾ ਦੀ ਜਗ੍ਹਾ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਸਾਡੇ ਕੋਲ ਸਟੂਡੀਓ ਵਿੱਚ ਇੱਕ ਬਹੁਤ ਹੀ ਖਾਸ ਸ਼ਖਸੀਅਤ ਹਨ ਜੋ ਕਿ ਇੰਟਰਨੈਸ਼ਨਲ ਡਿਪਲੋਮੇਸੀ, ਫੋਰਨ ਰਿਲੇਸ਼ਨਸ ਦੇ ਬਹੁਤ ਵੱਡੇ ਐਕਸਪਰਟ ਹਨ। ਇੰਡੀਆ ਦੀ ਪੋਲਿਟਿਕਸ ਦੇ ਇੱਕ ਬੜੇ ਸੀਨੀਅਰ ਆਈ ਵੁੱਡ ਸੇ ਐਨਾਲਿਸਟ ਐਂਡ ਨਾਓ ਐਨ ਐਕਟਿਵਿਸਟ ਹੈਗੇ। ਇੱਕ ਸੀਨੀਅਰ IFS ਆਫਿਸਰ ਜੋ ਕਿ ਈਰਾਨ ਵਿੱਚ ਔਰ UAE ਵਿੱਚ ਐਜ਼ ਇੰਡੀਅਨ ਅੰਬੈਸਡਰ ਸਰਵ ਕਰ ਚੁੱਕੇ ਹਨ ਐਂਡ ਹੀ ਸਰਵਡ ਐਜ਼ ਸੈਕਟਰੀ ਇਨ ਦ ਐਕਸਟਰਨਲ ਅਫੇਅਰਸ ਮਿਨਿਸਟਰੀ। ਵੀ ਵੈਲਕਮ ਸਰਦਾਰ KC ਸਿੰਘ ਜੀ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਸਟੂਡੀਓ 'ਚ ਆ ਕੇ। KC ਸਿੰਘ ਜੀ, ਟਾਈਮ ਕੱਢਣ ਦਾ, ਅੱਜ ਸਟੂਡੀਓ ਆਉਣ ਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਾਡੇ ਜਿਹੜੇ ਗੈਸਟ ਹਨ ਜੋ ਕਿ ਕਈ ਸਾਲਾਂ ਤੋਂ ਵੀ ਇੱਥੇ ਰਹਿੰਦੇ ਨੇ ਬਟ ਪੰਜਾਬ ਨਾਲ ਉਹਨਾਂ ਦਾ ਰਿਸ਼ਤਾ ਟੁੱਟਿਆ ਨਹੀਂ ਹੈ, ਉਹ ਕਦੀ ਟੁੱਟਣਾ ਵੀ ਨਹੀਂ ਹੈ। ਬੜੀ ਕਲੋਜ਼ਲੀ ਉੱਥੇ ਦੀ ਪੋਲਿਟਿਕਸ ਫੋਲੋ ਕਰਦੇ ਹਨ, ਉੱਥੇ ਦੇ ਕਲਚਰ ਨਾਲ ਜੁੜੇ ਹੋਏ ਹਨ, ਇਮੋਸ਼ਨਲੀ ਹਰ ਲੈਵਲ ਤੇ ਜੁੜੇ ਹੋਏ ਹਨ ਔਰ ਪੰਜਾਬ ਵਿੱਚ ਕੀ ਹੁੰਦਾ ਹੈ ਉਸ ਨੂੰ ਬੜੀ ਕਲੋਜ਼ਲੀ ਫੋਲੋ ਕਰਦੇ ਨੇ। ਅੱਜ ਅਸੀਂ ਪੰਜਾਬ ਬਾਰੇ ਗੱਲ ਕਰਾਂਗੇ, ਥੋੜ੍ਹੇ ਇੰਟਰਨੈਸ਼ਨਲ ਪੋਲਿਟਿਕਸ ਦੇ ਬਾਰੇ ਗੱਲ ਕਰਾਂਗੇ ਬਟ ਸਭ ਤੋਂ ਪਹਿਲਾਂ ਅੱਜ ਜਿਹੜੀ ਇੱਕ ਬੜੀ ਮੇਜਰ ਮੰਦਭਾਗੀ ਘਟਨਾ ਘਟੀ ਹੈ, ਕੁਈਨ ਐਲਿਜ਼ਾਬੈਥ of England, she passed away at the age of 96. ਤੁਸੀਂ ਇਸ ਬਾਰੇ ਕੋਈ ਚਾਨਣਾ ਪਾਣਾ ਚਾਹੋਗੇ? ਤੁਹਾਡਾ ਕੋਈ ਉਹਨਾਂ ਦੇ ਨਾਲ ਹੈਵ ਯੂ ਕਮ ਅਕ੍ਰੋਸ ਦ ਕੁਈਨ ਪਰਸਨਲੀ? ਦੇਖੋ 1983 ਚ ਜਦ ਮੈਂ ਰਾਸ਼ਟਰਪਤੀ ਭਵਨ ਚ ਡਿਪ ਸੈਕਟਰੀ ਲੱਗਿਆ ਜੀ, ਗਿਆਨੀ ਜ਼ੈਲ ਸਿੰਘ ਪ੍ਰਧਾਨ ਰਾਸ਼ਟਰਪਤੀ ਸੀਗੇ ਤਾਂ ਮਹਾਰਾਣੀ ਐਲਿਜ਼ਾਬੈਥ ਆਏ ਕਿਉਂਕਿ ਉੱਥੇ ਹਿੰਦੁਸਤਾਨ ਦੇ ਵਿੱਚ ਕਾਮਨਵੈਲਥ ਸਮਿਟ ਹੋ ਰਿਹਾ ਸੀ। ਜੀ, ਆਮ ਤੌਰ ਤੇ ਜਦ ਕਾਮਨਵੈਲਥ ਸਮਿਟ ਹੁੰਦਾ ਹੈ ਕਿਉਂਕਿ ਉਹਦੀ ਪ੍ਰਧਾਨ ਸਾਰਿਆਂ ਤੋਂ ਉੱਪਰ ਮਹਾਰਾਣੀ ਨੂੰ ਗਿਣਿਆ ਜਾਂਦਾ ਹੈ ਜਾਂ ਹੁਣ ਕਿੰਗ ਚਾਰਲਸ ਹੋ ਗਏ ਜੀ, ਤੇ ਉਹ ਫਿਰ ਇਹ ਤੇ ਡਿਊਕ ਐਡਨਬਰਾ ਦੋਨੋਂ ਆਏ। ਜੀ, ਗਿਆਨੀ ਜੀ ਕਿਉਂਕਿ ਅੰਗਰੇਜ਼ੀ ਨਹੀਂ ਸੀ ਬੋਲਦੇ ਸੋ ਇਸ ਕਰਕੇ ਮੈਂ ਉਹਨਾਂ ਦੇ ਬਿਲਕੁਲ ਨਾਲ 1.5-2 ਦਿਨ ਜਦ ਤਾਈਂ ਇਹਨਾਂ ਨਾਲ ਤਾਲੁਕਾਤ ਰਿਹਾ, ਬੈਂਕੁਏਟ ਹੋਇਆ, ਗੱਲਬਾਤ ਹੋਈ। ਇਹ ਕੁਈਨ ਤੇ ਕਾਲ ਕਰਨ ਗਏ, ਕੁਈਨ ਇਹਨਾਂ ਤੇ ਕਾਲ ਕਰਨ ਆਈ। ਉਸ ਦੇ ਦਰਮਿਆਨ ਮੈਂ ਇਹਨਾਂ ਦੇ ਬਿਲਕੁਲ ਨਾਲ ਇੰਟਰਪ੍ਰੇਟ ਕਰਦਾ ਸੀ। ਕੁਈਨ ਜੋ ਗੱਲ ਕਰਦੀ ਸੀ ਉਹ ਗਿਆਨੀ ਜੀ ਨੂੰ, ਗਿਆਨੀ ਜੀ ਉਹ ਗੱਲ ਕਰਦੇ ਸੀ ਉਹ ਕੁਈਨ ਨੂੰ। ਸੋ ਇਸ ਕਰਕੇ ਨੇੜੇ ਤੋਂ ਉਹਨਾਂ ਨੂੰ ਦੇਖਿਆ ਔਰ ਬੜਾ ਦਿਲਚਸਪ ਗੱਲ ਇਹ ਸੀਗੀ ਕਿ ਉਹਨਾਂ ਦਾ ਸੈਂਸ ਆਫ ਹਿਊਮਰ, ਉਹ ਆਪਣੀ ਗੱਲਬਾਤ ਦੇਖ ਕੇ ਕਿ ਇੱਕ ਗ੍ਰਾਸ ਰੂਟਸ ਪੋਲੀਟੀਸ਼ੀਅਨ ਜਿਹੜੇ ਥੱਲਿਓਂ ਉੱਠ ਕੇ ਆਏ ਨੇ, ਪੰਜਾਬੀ 'ਚ ਹਿੰਦੀ 'ਚ ਗੱਲ ਕਰ ਰਹੇ ਨੇ, ਉਹਨਾਂ ਨਾਲ ਉਸ ਸਤਰ ਦੀ ਕਿਵੇਂ ਗੱਲ ਕਰਨੀ ਹੈ ਤਾਂ ਕਿ ਉਹ ਕੰਫਰਟੇਬਲ ਰਹਿਣ। ਜਿਵੇਂ ਕਿ ਜਦ ਅਸੀਂ ਖੜੇ ਸੀਗੇ, ਇੰਦਰਾ ਗਾਂਧੀ ਖੜੇ ਸੀ, ਗਿਆਨੀ ਜੀ ਖੜੇ ਸੀ, ਬਲਰਾਮ ਜਾਖੜ ਉਹਨਾਂ ਦਿਨਾਂ 'ਚ ਸਪੀਕਰ ਹੁੰਦੇ ਸੀ ਜੀ। ਆਹ ਦੇਖੋ ਫੋਟੋ ਦੇ ਵਿੱਚ ਗਿਆਨੀ ਤੁਰੇ ਆਉਂਦੇ, ਸੱਜੇ ਪਾਸੇ ਮੈਂ ਜੀ, ਖੱਬੇ ਪਾਸੇ ਕੁਈਨ ਨੇ ਤੇ ਨਾਲ ਡਿਊਕ ਸਾਹਿਬ ਨੇ,
ਵਿੱਚ ਇਹਨਾਂ ਦੀ ਬੇਟੀ ਹੈ ਗਿਆਨੀ ਜੀ ਦੀ, ਡਾਕਟਰ ਗੁਰਦੀਪ, ਉਹ ਡਾਕਟਰ ਹੁੰਦੇ ਸੀਗੇ, ਉਹ ਪਿੱਛੇ ਹਾਈ ਕਮਿਸ਼ਨਰ ਹੈ, ਇੱਧਰ ਮਿਲਟਰੀ ਸੈਕਟਰੀ ਏਅਰ ਮਾਰਸ਼ਲ ਨਾਇਡੂ ਹੁੰਦਾ ਸੀਗਾ, ਉਹ ਹੈਗੇ ਨੇ ਵਿੱਚ ਜੀ। ਇਹ ਜਦ ਕੁਈਨ ਤੇ ਕਾਲ ਕਰਕੇ, ਉਧਰ ਗੈਸਟ ਵਿੰਗ ਹੈ ਸਾਡੇ ਪਿਛਲੇ ਪਾਸੇ ਜਿਹੜਾ, ਇੱਧਰ ਬੈਂਕੁਏਟ ਹਾਲ ਅਸ਼ੋਕਾ ਹਾਲ ਹੁੰਦਾ ਹੈ ਜਿੱਥੇ ਮਹਿਮਾਨ ਇਕੱਠੇ ਹੋਏ ਹੁੰਦੇ ਆ ਬੈਂਕੁਏਟ ਤੋਂ ਪਹਿਲਾਂ। ਇਹ ਉੱਥੋਂ ਦੀ ਫੋਟੋ ਹੈ ਜਦ ਤੁਰੇ ਆ ਰਹੇ ਆ ਉਹਨਾਂ ਨੂੰ ਲੈ ਕੇ ਜੀ। ਤੇ ਉੱਤੇ ਬਲਰਾਮ ਜਾਖੜ ਸੀਗੇ, ਇੰਦਰਾ ਗਾਂਧੀ ਸੀ, ਗਿਆਨੀ ਜੀ ਸੀ, ਵਾਈਸ ਪ੍ਰੈਜ਼ੀਡੈਂਟ ਸੀ ਵੈਂਕਟਾ ਰਮਨ ਜੀ ਜੀ। ਤੇ ਜਾਖੜ ਸਾਹਿਬ ਗੱਲ ਕਰੀ ਜਾ ਰਹੇ ਸੀ ਕੁਈਨ ਨਾਲ ਸਿੱਧੀ। ਇੰਦਰਾ ਗਾਂਧੀ ਬੜੀ ਕੋਸ਼ਿਸ਼ ਕਰ ਰਹੇ ਸੀ ਕਿ ਜਾਂ ਤਾਂ ਗੱਲ ਕਰਨ ਤਾਂ ਇੰਟਰਪ੍ਰੀਟੇਸ਼ਨ ਦੇ ਨਾਲ ਗੱਲ ਕਰਨ, ਤੇ ਜਦੋਂ ਕੁਈਨ ਨਾਲ ਵੀ ਗੱਲ ਕਰ ਰਹੇ ਸੀਗੇ ਤੇ ਮੈਂ ਇੰਟਰਪ੍ਰੈਟ ਕਰਨ ਲੱਗਿਆ ਤੇ ਇੰਦਰਾ ਗਾਂਧੀ ਕਹਿਣ ਲੱਗੇ ਮੈਂ ਆਏ ਕਿ ਮੈਂ ਇੰਟਰਪ੍ਰੈਟ ਕਰਦਾ, ਤੇ ਮੈਂ ਕਿਹਾ ਜੀ ਹਾਂ ਤੁਸੀਂ ਕਰ ਦਿਓ। ਤਾਂ ਉਹ ਆਪਣੀ ਅੰਗਰੇਜ਼ੀ ਜਿਹੜੀ ਗੱਲ ਹਿੰਦੀ 'ਚ ਨਾਲ ਰਾਸ਼ਟਰਪਤੀ ਨੂੰ ਵਿੱਚ ਮਿਲਾ ਰਹੇ ਸੀ, ਜਾਖੜ ਸਾਹਿਬ ਆਪਣੀ ਗੱਲ ਕਰੀ ਜਾਂਦੇ ਸੀ। ਤੇ ਗਿਆਨੀ ਜੀ ਨੇ ਫਿਰ ਜਿਵੇਂ ਉਹਨਾਂ ਦੀ ਵੀ ਆਦਤ ਸੀ, ਉਹਨਾਂ ਨੇ ਕਿਹਾ ਚਲੋ ਇਹਨੂੰ ਜਾਖੜ ਨੂੰ ਮੈਂ ਥੋੜ੍ਹਾ ਜਿਹਾ ਬਰਾਬਰ ਕਰਦਾ। ਤੇ ਉਹ ਮਹਾਰਾਣੀ ਨੂੰ ਕਹਿਣ ਲੱਗੇ ਕਿ ਮਹਾਰਾਣੀ ਸਾਹਿਬਾਂ ਯੋਰ ਮੈਜੈਸਟੀ, ਜਾਖੜ ਸਾਹਿਬ ਮੇਰੇ ਮਿਨਿਸਟਰ ਆਫ ਸਟੇਟ ਹੁੰਦੇ ਸੀਗੇ ਜਦ ਮੈਂ ਚੀਫ ਮਿਨਿਸਟਰ ਸੀ ਪੰਜਾਬ ਦਾ ਜੀ। ਤੇ ਮਹਾਰਾਣੀ ਹੱਸਣ ਲੱਗੀ, ਕਹਿੰਦੇ ਜੀ ਦੇਖੋ ਮੇਰਾ ਇੱਕ ਟੇਲਰ ਹੁੰਦਾ ਸੀ ਜਿਹੜੇ ਮੇਰੀ ਬ੍ਰੀਚਸ ਬਹੁਤ ਅੱਛੀਆਂ ਬਣਾਉਂਦਾ ਸੀ, ਉਹ ਵੀ ਪੋਲਿਟਿਕਸ 'ਚ ਜਾ ਕੇ ਇੰਗਲੈਂਡ ਦਾ ਸਪੀਕਰ ਬਣ ਗਿਆ ਤੇ ਮੈਨੂੰ ਬ੍ਰੀਚ ਬਣਾਉਣ ਵਾਲਾ ਬੰਦਾ ਜਿਹੜਾ ਮੇਰਾ ਬਣਾ ਰਿਹਾ ਸੀ ਉਹ ਗੁੰਮ ਗਿਆ। ਤੇ ਗਿਆਨੀ ਜੀ ਕਹਿਣ ਲੱਗੇ ਦੇਖੋ ਜੀ ਮੈਂ ਤਾਂ ਆਮ ਬੰਦਾ ਹਾਂ, ਜੇ ਮੇਰਾ ਮਿਨਿਸਟਰ ਆਫ ਸਟੇਟ ਸਪੀਕਰ ਬਣ ਸਕਦਾ ਹੈ, ਤੁਸੀਂ ਤਾਂ ਮਹਾਰਾਣੀ ਹੋ, ਤੁਹਾਡਾ ਤਾਂ ਸਪੀਕਰ ਬਣਨਾ ਹੀ ਬਣਨਾ ਸੀ। ਸੋ ਇੱਕ ਤਰ੍ਹਾਂ ਨਾਲ ਸੈਂਸ ਆਫ ਹਿਊਮਰ ਜੀ ਉਹਨੇ ਉਸੇ ਸਤਰ ਤੇ ਲਿਆ ਕੇ ਗਿਆਨੀ ਨਾਲ ਗੱਲ ਕੀਤੀ ਜਿਸ ਲੈਵਲ ਤੇ ਗਿਆਨੀ ਜੀ ਕਰ ਰਹੇ ਸੀਗੇ। ਜੀ ਜੀ। ਤੇ ਇਹ ਉਹਨਾਂ ਨੂੰ ਹਮੇਸ਼ਾ ਕ੍ਰੈਡਿਟ ਦਿੱਤਾ ਗਿਆ ਹੈ, ਇਹ ਉਹਨਾਂ ਦੀ ਹਲੀਮੀ ਔਰ ਇਹ ਉਹਨਾਂ ਦਾ ਇੱਕ ਨੇਚਰ ਸੀਗਾ ਵਿਦ ਸੈਂਸ ਆਫ ਹਿਊਮਰ, ਔਰ ਹਰ ਇੱਕ ਦੇ ਲੈਵਲ ਵਿੱਚ ਆਉਣ ਦੇ। ਬਹੁਤ ਵੱਡੇ ਵੱਡੇ ਇਵੈਂਟਸ ਉਹਨਾਂ ਨੇ ਦੇਖੇ ਆਪਣੇ ਰੂਲ ਦੇ ਦੌਰਾਨ, ਇੰਕਲੂਡਿੰਗ ਵਰਲਡ ਵਾਰ, her reign lasted for more than 70 years। ਐਂਡ ਇਹ ਇੱਕ ਨਾਨ ਕੰਬੈਟਿਵ ਜਿਹਾ ਔਰ ਇੱਕ ਬੜਾ ਉਹਨਾਂ ਦਾ ਬੈਲੈਂਸ ਜਿਹਾ ਬਿਹੇਵੀਅਰ ਵਿਚ ਕੈਰੀਡ ਦ ਹੋਲ ਕਾਮਨਵੈਲਥ ਟੁਗੇਦਰ। ਇਜ਼ ਦੈਟ ਫੇਅਰ ਟੂ ਸੇ? ਨਹੀਂ ਬਿਲਕੁਲ ਠੀਕ ਹੈ। ਔਰ ਫਿਰ ਦੇਖੋ ਇੰਗਲੈਂਡ ਦੇ ਵਿੱਚ ਹੁਣ ਰਾਇਲ ਫੈਮਿਲੀ ਤੇ ਜਦ ਪ੍ਰਿੰਸੈਸ ਡਾਇਨਾ ਦੀ ਡੈਥ ਹੋਈ, ਪਹਿਲਾਂ ਡਾਈਵੋਰਸ ਸੈਪਰੇਸ਼ਨ ਹੋਈ, ਫਿਰ ਉਹਨਾਂ ਦੀ ਡੈਥ ਹੋਈ, ਉਹਦਾ ਬਹੁਤ ਜ਼ਿਆਦਾ ਅਸਰ ਪਿਆ ਰਾਇਲ ਫੈਮਿਲੀ ਤੇ। ਉਹਨੂੰ ਕਿਵੇਂ ਸੰਭਾਲਣਾ ਹੈ, ਫਿਰ ਦੂਜੇ ਮੁੰਡਿਆਂ ਦੀ ਲਾਈਫ, ਇੱਕ ਮੁੰਡੇ ਤੇ ਜਿਹਦੇ ਤੇ ਚਾਰਜਸ ਲੱਗ ਰਹੇ ਨੇ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ, ਉਹ ਸਾਰੇ ਕੁਛ ਨੂੰ ਉਹਨਾਂ ਨੇ ਕਿਵੇਂ ਸਹਾਰਿਆ, ਕਿਵੇਂ ਰਾਇਲ ਫੈਮਿਲੀ ਨੂੰ ਰੈਲੇਵੈਂਟ ਰੱਖਿਆ ਜੀ, ਕਿ ਉਹਦਾ ਇੱਕ ਰੋਲ ਜਿਹੜਾ ਇੱਕ ਉਹਦਾ ਹੈਗਾ ਇੰਗਲੈਂਡ ਦੇ ਵਿੱਚ ਉਹ ਰਹੇ। ਇਹ ਨਾ ਹੋਵੇ ਕਿ ਅਸੀਂ ਰਾਇਲ, ਇਹ ਵੀ ਗੱਲ ਚੱਲਦੀ ਹੈ ਕਈ ਵਾਰ ਦੇਸ਼ਾਂ ਦੇ ਵਿੱਚ ਕਿ ਰਾਇਲ ਫੈਮਿਲੀ ਖਤਮ ਕਰ ਦਿਓ, ਕੀ ਲੈਣਾ, ਰਿਪਬਲਿਕ ਬਣਾਓ, ਇਲੈਕਟ ਹੋ ਕੇ ਹੈਡ ਆਫ ਸਟੇਟ ਬਣ ਜਾਊਗਾ। ਲੇਕਿਨ ਉਹ ਐਲਿਜ਼ਬੈਥ, ਕੁਈਨ ਐਲਿਜ਼ਬੈਥ ਨੇ ਇਸ ਨੂੰ ਕਿਵੇਂ, ਚਾਰਲਸ ਨੂੰ ਸਮੇਂ ਮਿਲ ਗਿਆ, ਉਹ ਦੁਬਾਰਾ ਫਿਰ ਉਹਨੇ ਸ਼ਾਦੀ ਕਰਵਾ ਲਈ, ਡਾਇਨਾ ਮਿਲ ਗਈ। ਲੇਕਿਨ ਇੱਕ ਵਾਰ ਤਾਂ ਲੱਗਦਾ ਸੀ ਇਹ ਬੰਦਾ ਕਿਵੇਂ ਰਾਜਾ ਬਣੂਗਾ। ਉਹਨਾਂ ਆਪਣੇ ਮੁੰਡੇ ਨੂੰ ਬਹੁਤ ਜ਼ਿਆਦਾ ਸਪੇਸ ਤੇ ਟਾਈਮ ਦੇ ਕੇ ਦੁਬਾਰਾ ਮੌਕਾ ਦੇ ਦਿੱਤਾ, ਜਿਹਦੇ ਵਿੱਚ ਉਹ ਆਪਣੀ ਲਾਈਫ ਨੂੰ ਦੁਬਾਰਾ ਉਹ ਚੱਲਦਾ ਰੱਖਿਆ। ਤੇ ਕੇਸੀ ਸਿੰਘ ਜੀ, ਉਹਨਾਂ ਦੇ ਜਾਣ ਨਾਲ ਕਾਮਨਵੈਲਥ ਦੇ ਆਰਡਰ ਤੇ ਜਾਂ ਵਰਲਡ ਦੇ ਜੋ ਪੋਲੀਟੀਕਲ ਆਰਡਰ ਹੈ ਉਸ ਦੇ ਉੱਪਰ ਕੋਈ ਫਰਕ ਹੁੰਦਾ, ਕੋਈ ਕਨਸੀਕੁਐਂਸਸ ਤੁਸੀਂ ਦੇਖਦੇ ਹੋ? ਦੇਖੋ ਉਹ ਜ਼ਿਆਦਾ ਫਰਕ ਨਹੀਂ ਪਏਗਾ ਕਿਉਂਕਿ ਇਹ ਸਿਰਫ 2-3 ਦੇਸ਼ ਹੀ ਬਚੇ ਸੀ ਜਿਹਦੀ ਇਹ ਹੈਡ ਸੀਗੇ, ਆਸਟ੍ਰੇਲੀਆ ਹੋਇਆ, ਕੈਨੇਡਾ ਹੋਇਆ ਜੀ। ਕਾਮਨਵੈਲਥ ਦੇ ਵਿੱਚ ਇਹ ਜਾਂਦੇ ਨਹੀਂ ਰਹੇ, ਪਿਛਲੇ ਕਈ ਸਾਲ ਦੇ ਸਮਿਟਸ ਤੇ ਨਹੀਂ ਗਏ ਜੀ। ਚਾਰਲਸ ਕਦੇ ਵੀ ਨਹੀਂ ਗਏ। ਹਾਂ, ਫਿਰ ਇਹਨਾਂ ਨੇ ਕਹਿਤਾ ਸੀਗਾ ਕਿ ਚਾਰਲਸ ਨੂੰ ਮੰਨ ਲਓ ਤੁਸੀਂ ਹੈਡ ਜੀ। ਉਹ ਦੇਸ਼ਾਂ ਨੂੰ ਪਸੰਦ ਨਹੀਂ ਸੀ ਆ ਰਹੀ ਗੱਲ, ਅਫਰੀਕਾ ਦੇ ਦੇਸ਼ ਦੂਸਰਿਆਂ ਨੂੰ, ਤਾਂ ਹੁਣ ਚਾਰਲਸ ਨੂੰ ਐਸਟੈਬਲਿਸ਼ ਕਰਨਾ ਪਏਗਾ ਆਪਣੀ ਕੀ ਪੋਜੀਸ਼ਨ ਬਣਾਉਂਦਾ ਉਹਦੇ ਵਿੱਚ। ਪਰ ਕਾਮਨਵੈਲਥ ਦੇਖੋ ਤਕਰੀਬਨ 50 ਦੇਸ਼ ਨੇ ਔਰ ਇੱਕ ਬਹੁਤ ਇੰਪੋਰਟੈਂਟ ਗਰੁੱਪ ਬਣ ਜਾਂਦਾ ਜਿਹੜਾ ਅੰਗਰੇਜ਼ੀ ਨਾਲ ਜੁੜਿਆ ਹੋਇਆ ਹੈ। ਕਈ ਇਹਦੇ 'ਚ ਫ੍ਰੈਂਚ ਸਪੀਕਿੰਗ ਵੀ 1-2 ਦੇਸ਼ ਆ ਗਏ ਨੇ ਕਾਮਨਵੈਲਥ ਗਰੁੱਪ ਦੇ ਵਿੱਚ। ਜੇ 50 ਲਓ ਤੁਸੀਂ, 193 ਮੈਂਬਰ ਨੇ UN ਦੇ, ਉਹਦਾ ਚੌਥਾ ਹਿੱਸਾ ਹੋ ਜਾਂਦਾ ਇੱਕ ਤਰ੍ਹਾਂ ਦਾ, ਚੌਥਾ ਹਿੱਸਾ ਕਾਮਨਵੈਲਥ ਬਣ ਗਿਆ। ਜੇ ਕਾਮਨਵੈਲਥ ਦੇ ਦੇਸ਼ ਇਕੱਠੇ ਹੋ ਕੇ ਚੱਲਣ ਤਾਂ ਉਹਨਾਂ ਦੀ ਆਵਾਜ਼ UN ਦੇ ਵਿੱਚ ਬੁਲੰਦ ਹੋ ਜਾਂਦੀ ਹੈ। ਔਰ ਉਹਨਾਂ ਦਾ ਇਹ ਇਤਿਹਾਸ ਇਕੱਠਾ ਹੈ ਕਿਉਂਕਿ ਉਹ ਅੰਗਰੇਜ਼ਾਂ ਦੇ ਗੁਲਾਮ ਰਹੇ ਨੇ, ਅੰਗਰੇਜ਼ੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਪੜ੍ਹਾਈ ਲਿਖਾਈ ਤਹਿਜ਼ੀਬ ਉਹਨਾਂ ਨਾਲ ਕਾਫੀ ਮਿਲਦੀ ਹੈ ਤੇ ਇਹਦਾ ਅਸਰ ਹੈ। ਲੇਕਿਨ ਹੌਲੀ ਹੌਲੀ ਕਾਮਨਵੈਲਥ ਦੀ ਜੋ ਉਹਦਾ ਸਤਰ ਹੁੰਦਾ ਸੀ ਉਹ ਨਹੀਂ ਰਿਹਾ ਅੱਜ ਦੇ ਦਿਨ UN ਦੇ ਵਿੱਚ ਜਾਂ ਦੁਨੀਆ ਦੇ ਵਿੱਚ। ਇਹ ਹੁਣ ਕਿੰਗ ਚਾਰਲਸ ਨੂੰ ਦੇਖਣਾ ਪਏਗਾ ਕਿ ਇਹਨੂੰ ਕਿਵੇਂ ਤਕੜਾ ਕਰ ਸਕਦੇ ਆ, ਕਿਵੇਂ ਉੱਤੇ ਉਠਾ ਸਕਦੇ ਆ ਜੀ। ਪਰ ਇਹ 50 ਦੇਸ਼ ਇੱਕ ਬਹੁਤ ਵੱਡਾ ਗਰੋ ਹੁੰਦਾ ਹੈ। ਇਹ ਗੇਮਸ ਵਗੈਰਾ ਖੇਡਦੇ ਨੇ, ਕਲਚਰਲੀ ਦੇ ਮਾਈਟ ਬੀ ਟੁਗੇਦਰ ਬਟ ਦੇ ਹੈਵਨਟ ਇਮਰਜਡ ਐਜ਼ ਔਰ ਐਗਜ਼ਿਸਟਡ ਐਜ਼ ਅ ਪੋਲੀਟੀਕਲ ਫੋਰਸ ਇਨ ਦ ਵਰਲਡ। ਬਟ ਮੈਂ ਇਸ ਦੇ ਨਾਲ
ਜੁੜਦਿਆਂ ਤੁਹਾਨੂੰ ਇਹ ਸਵਾਲ ਪੁੱਛਾਂਗਾ, ਯੂ ਆਰ ਐਨ ਐਕਸਪਰਟ ਔਨ ਇੰਟਰਨੈਸ਼ਨਲ ਡਿਪਲੋਮੇਸੀ, ਫੋਰਨ ਰਿਲੇਸ਼ਨਸ। ਅਸੀਂ ਹੁਣੇ ਵੇਖਿਆ ਇੰਗਲੈਂਡ ਵਿੱਚ ਇੱਕ ਇਲੈਕਸ਼ਨ ਹੋਈ ਹੈ ਜਿਸ ਦੇ ਵਿੱਚ ਇੱਕ ਇੰਡੀਅਨ ਡਿਸੈਂਟ ਦੇ ਬੰਦੇ ਰਿਸ਼ੀ ਸੁਨਕ ਕੇਮ ਵੈਰੀ ਕਲੋਜ਼ ਟੂ ਬਿਕਮਿੰਗ ਦ ਪ੍ਰਾਈਮ ਮਿਨਿਸਟਰ, ਰਾਈਟ। ਔਰ ਕਾਫੀ ਸਪੋਰਟ ਉਹਨਾਂ ਨੂੰ ਮਿਲੀ ਹੈ, ਤਕਰੀਬਨ 60,000 ਵੋਟ ਉਹਨਾਂ ਨੂੰ ਜਿਹੜੇ ਉਹਨਾਂ ਦੀ ਪਾਰਟੀ ਦੇ ਕੰਜ਼ਰਵੇਟਿਵ ਪਾਰਟੀ ਦੀ ਉਹ ਮਿਲੀਅਨ। ਤੁਸੀਂ ਤੁਹਾਡੇ ਐਕਸਪੀਰੀਅੰਸ ਵਿੱਚ ਡਸ ਦਿਸ ਸਪੀਕ ਆਫ ਅ ਵਰਲਡ ਆਰਡਰ, ਮਤਲਬ ਇਨ ਲਾਈਟ ਆਫ ਜਿਹੜੀ ਮਾਈਗ੍ਰੇਸ਼ਨਸ ਦੁਨੀਆ ਵਿੱਚ ਹੋ ਰਹੀਆਂ, ਬੰਦੇ ਜਾ ਕੇ ਆਸਟ੍ਰੇਲੀਆ ਵਿੱਚ, ਨਿਊਜ਼ੀਲੈਂਡ ਵਿੱਚ, ਕੈਨੇਡਾ ਵਿੱਚ, ਹਰ ਜਗ੍ਹਾ ਵਸਦੇ ਪਏ ਨੇ, ਇੱਥੇ US ਵਿੱਚ ਵਸੇ ਆ, ਬੜੀ ਕੰਜ਼ਰਵੇਟਿਵ ਸਟੇਟਸ ਲਾਈਕ ਲੁਜ਼ੀਆਨਾ, ਵੈਸਟ ਵਰਜੀਨੀਆ ਦੇ ਉੱਥੇ ਦੇ ਗਵਰਨਰਸ ਪੀਪਲ ਆਫ ਇੰਡੀਅਨ ਡਿਸੈਂਟ ਰੇਨ। ਸੋ ਇੱਕ ਕਨਵਰਜੈਂਸ, ਇੱਕ ਵਰਲਡ ਆਰਡਰ ਜਿੱਥੇ ਜਿਹੜੀ ਨੇਸ਼ਨ ਸਟੇਟ ਹੈ ਜਿਹੜੀ ਟਿਪੀਕਲੀ ਕਿਸੇ ਰੇਸ ਦੀ ਹੁੰਦੀ ਸੀ, ਕਿਸੇ ਪਰਟੀਕੂਲਰ ਕਲਚਰ ਦੀ ਹੁੰਦੀ ਸੀ, ਉੱਦਾਂ ਨਹੀਂ ਹੋ ਕੇ ਇਟ ਇਜ਼ ਇਮਰਜਿੰਗ ਐਜ਼ ਅ ਰੀਅਲ ਕਾਮਨਵੈਲਥ ਆਫ ਪੀਪਲ। ਬਟ ਮੈਂ ਤੁਹਾਡਾ ਖਲੂ ਇਹ ਜਵਾਬ ਲਾਂਗਾ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ। ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਸੋ ਅੰਬੇਜ਼ਰ ਸਿੰਘ, ਅਸੀਂ ਗੱਲ ਕਰ ਰਹੇ ਸੀਗੇ, ਸੋ ਦ ਵੇ ਦ ਵਰਲਡ ਹੈਜ਼ ਇਵੋਲਵਡ, ਸਾਰੀ ਜਗ੍ਹਾ ਜਾ ਕੇ ਬੰਦੇ ਇੱਕ ਕੰਟਰੀ ਤੋਂ ਰਹਿ ਕੇ ਮਾਈਗ੍ਰੇਸ਼ਨ ਹੋ ਰਹੀ ਹੈ, ਉੱਥੇ ਰਹਿ ਰਹੇ ਨੇ। ਡੂ ਯੂ ਸੀ ਅ ਚੇਂਜ ਇਨ ਦ ਗਲੋਬਲ ਆਰਡਰ ਇਨ ਅ ਸੈਂਸ ਕਿ ਜੋ ਨੇਸ਼ਨ ਸਟੇਟ ਦੀ ਪਹਿਲੇ ਡੈਫੀਨੇਸ਼ਨ ਸੀ, ਲੋਕ ਡਿਵਾਈਡਡ ਸੀਗੇ, ਦੇयर ਵਾਸ ਡਿਵੀਜ਼ਨ ਔਨ ਬੇਸ ਆਫ ਕਲਚਰ ਐਂਡ ਲੈਂਗੁਏਜ, ਹੈਰੀਟੇਜ। ਡੂ ਯੂ ਸੀ ਅ ਡਿਫਰੈਂਸ ਇਨ ਦੈਟ ਇਵੋਲਵਿੰਗ? ਦੇਖੋ, ਜੇ ਯੂਰਪੀਅਨ ਯੂਨੀਅਨ ਨੂੰ ਤੁਸੀਂ ਲਓ ਜੀ, ਉਹਨੂੰ ਇੰਗਲੈਂਡ ਛੱਡ ਗਿਆ। ਜਿਹੜੀ ਯੂਰਪੀਅਨ ਯੂਨੀਅਨ ਇਕੱਠਾ ਹੋ ਰਿਹਾ ਸੀ ਉਹੀ ਇੱਕ ਤਰ੍ਹਾਂ ਦਾ ਨਮੂਨਾ ਸੀ ਸਾਰਿਆਂ ਲਈ ਜੀ, ਕਿ ਸਾਊਥ ਏਸ਼ੀਆ ਇਕੱਠਾ ਹੋ ਸਕਦਾ ਹੈ, ਈਸਟ ਏਸ਼ੀਆ, ਆਸੀਅਨ ਹੈਗਾ, ਕਿ ਹੌਲੀ ਹੌਲੀ ਗਰੁੱਪਸ ਨੇਸ਼ਨ ਦੀਆਂ ਇਕੱਠੇ ਹੋ ਕੇ ਨੇਸ਼ਨ ਸਟੇਟ ਨਹੀਂ ਰਹੇਗੀ ਕਿ ਗਰੁੱਪਸ ਬਣ ਜਾਣਗੇ ਵੱਡੇ ਜੀ। ਲੇਕਿਨ ਉਹਦੇ 'ਚੋਂ ਹੁਣ ਲੱਗ ਰਿਹਾ ਕਿ ਦੂਸਰੇ ਪਾਸੇ ਨੂੰ ਚੱਲ ਰਿਹਾ ਕੰਮ। ਇੰਗਲੈਂਡ ਛੱਡ ਗਿਆ EU ਨੂੰ ਜੀ, 2-3 ਦੇਸ਼ ਹੋਰ EU ਦੇ ਵਿੱਚ ਨੇ, ਹੰਗਰੀ ਹੈਗਾ, ਪੋਲੈਂਡ ਹੈਗਾ, ਜਿੱਥੇ ਡੈਮੋਕ੍ਰੈਟਿਕ ਸਲਿਪੇਜ ਹੋ ਰਿਹਾ ਹੈ, ਲੋਕਤਾਂਤਰਿਕ ਢਾਂਚੇ ਤੋਂ ਪਿੱਛੇ ਨੂੰ ਜਾ ਰਹੇ ਨੇ ਉਹ। ਸੋ ਬਾਕੀ ਦੇ ਦੇਸ਼ ਇਹ ਕਹਿ ਰਹੇ ਆ ਕਿ ਜੇ ਯੂਰਪੀਅਨ ਯੂਨੀਅਨ ਦਾ ਕੋਈ ਸਤਰ ਹੈ ਜਾਂ ਸਟੈਂਡਰਡ ਹੈ ਉਹਦੇ ਮੁਤਾਬਕ ਨਹੀਂ ਉਹ ਦੇਸ਼ ਚੱਲ ਰਹੇ, ਸੋ ਇਸ ਕਰਕੇ ਸਲਿਪੇਜ ਹੋ ਰਹੀ ਹੈ ਉਹਦੇ 'ਚ। ਇੱਕ ਟਾਈਮ ਤੇ ਆਰਗੇਨਾਈਜੇਸ਼ਨ ਆਫ ਅਮਰੀਕਨ ਸਿਕਿਉਰਿਟੀ OS ਸੀਗੀ, ਸੋ ਉਹਦੇ 'ਚੋਂ ਨਿਕਲ ਕੇ ਹੁਣ ਇੱਕ ਜਿਹੜਾ ਨਵਾਂ ਸ਼ੀਤਲ ਯੁੱਧ, ਨਿਊ ਕੋਲਡ ਵਾਰ ਇੱਕ ਤਰ੍ਹਾਂ ਨਾਲ ਸ਼ੁਰੂ ਹੋ ਗਈ ਹੈ, ਜਿਹਦੇ 'ਚ ਰੂਸ ਤੇ ਚੀਨ ਇੱਕ ਪਾਸੇ ਨੇ ਤੇ ਅਮਰੀਕਾ ਦੇ ਦੋਸਤ NATO ਉਹ ਦੂਜੇ ਪਾਸੇ ਨੇ, ਤੇ ਹਿੰਦੁਸਤਾਨ ਵਰਗੇ ਦੇਸ਼ ਇਹਨਾਂ ਨਾਲ ਵੀ ਨੇ, ਕੁਛ ਉੱਧਰ ਵੀ ਕੋਸ਼ਿਸ਼ ਕਰਦੇ ਆ ਕਿ ਨਾ ਅਸੀਂ ਮਿਲੀਏ। ਇੱਕ ਤਰ੍ਹਾਂ ਨਾਲ ਜਿਹੜੀ ਨੌਨ ਅਲਾਈਨਮੈਂਟ ਦਾ ਪਰਪਸ ਸੀ ਉਹਦੇ ਤੇ ਵਾਪਸ ਆ ਗਏ। ਹਾਲਾਂਕਿ ਜਿਹੜੀ ਹਿੰਦੁਸਤਾਨ ਦੀ ਹੁਣ ਸਰਕਾਰ ਹੈ ਉਹ ਕਹਿਣਗੇ ਨਹੀਂ, ਉਹ ਤਾਂ ਨਹਿਰੂ ਦੀ ਸੀ, ਅਸੀਂ ਨੌਨ ਅਲਾਈਨਡ ਨਹੀਂ ਹੈਗੇ। ਉਹਨੂੰ ਨੌਨ ਅਲਾਈਨਡ ਨਹੀਂ, ਕੁਛ ਹੋਰ ਕਹਿ ਲਓ। ਨੌਨ ਅਲਾਈਨਡ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਇੱਕ ਗਰੁੱਪ ਦੇ ਅੰਦਰ ਨਹੀਂ ਹੈਗੇ 100%, ਤੁਸੀਂ ਕਈ ਮੁੱਦਿਆਂ ਤੇ ਉਹਨਾਂ ਨਾਲ ਹੋ, ਕਈ ਮੁੱਦਿਆਂ ਤੇ ਦੂਜਿਆਂ ਦੇ ਨਾਲ ਹੋ ਜੀ। ਤਾਂ ਇਸ ਕਰਕੇ ਤੁਸੀਂ ਅੱਧ ਵਿਚਾਲੇ ਹੋ ਜੀ। ਹੁਣ ਇਸ ਵੇਲੇ ਵੀ ਅਸੀਂ ਇੱਕ ਮਿਲਟਰੀ ਐਕਸਰਸਾਈਜ਼ ਰੂਸ ਦੀ ਹੋ ਰਹੀ ਹੈ, ਚੀਨ ਦੀ ਹੋ ਰਹੀ ਹੈ, ਉਹਦੇ 'ਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੋਣੀ ਹੈ 15-16 ਨੂੰ ਜੀ। ਉੱਥੇ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜਾਣਗੇ, ਉੱਥੇ ਪੁਟਿਨ ਆ ਰਹੇ ਨੇ, ਸ਼ੀ ਵੀ ਸ਼ਾਇਦ ਆਉਣ ਜੀ। ਤਾਂ ਇਸ ਕਰਕੇ ਉਹ ਪੁਟਿਨ ਸ਼ੋਅ ਕਰਨਾ ਚਾਹੁੰਦੇ ਹੈ ਕਿ ਦੇਖੋ ਮੈਂ ਆਈਸੋਲੇਟ ਨਹੀਂ ਹੋਇਆ, ਮੈਂ ਇਕੱਲਾ ਨਹੀਂ ਹਾਂ, ਯੂਰਪ ਨੇ ਜ਼ੋਰ ਲਗਾ ਲਿਆ। ਸੋ ਜੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਾਂਦੇ ਆ, ਯੂਰਪ ਦੇਖੇਗਾ, ਅਮਰੀਕਾ ਦੇਖੇਗਾ, ਕਹੇਗਾ ਕਿ ਵੀ ਦੇਖੋ ਇਹ ਉੱਧਰ ਵੀ ਜਾਂਦੇ ਨੇ, ਸਾਡੇ ਕੋਲ ਵੀ ਆਉਂਦੇ ਨੇ। ਸੋ ਇੱਕ ਔਖਾ ਮੌਕਾ ਹੈ ਇਹੀ ਜਿਹੇ ਦੇਸ਼ਾਂ ਲਈ, ਹਿੰਦੁਸਤਾਨ ਵਰਗੇ ਲਈ, ਕਿਉਂਕਿ ਕਈ ਚੀਜ਼ਾਂ ਨੂੰ ਸਾਡੇ ਹਥਿਆਰ ਜਿਹੜੇ ਆ ਪੁਰਾਣੇ ਅਸੀਂ ਰੂਸ ਤੋਂ ਲੈਂਦੇ ਆ, ਉਹ ਇੱਕਦਮ ਤਾਂ ਬਦਲ ਕੇ ਦੂਜੀ ਜਗ੍ਹਾ ਨਹੀਂ ਜਾ ਸਕਦੇ। ਹੁਣ ਚੀਨ ਦੇ ਨਾਲ ਦੇਖੋ, ਕਿਉਂਕਿ ਇਹ ਪ੍ਰਧਾਨ ਮੰਤਰੀ SCO ਲਈ ਜਾ ਰਹੇ ਨੇ, ਅੱਜ ਗੋਗਰਾ ਵਗੈਰਾ 'ਚ ਇੱਕ ਹੋਰ ਜਗ੍ਹਾ ਤੋਂ ਜਿੱਥੇ ਚੀਨੀਆਂ ਨੇ ਫੌਜ ਵਿੱਚ ਫਸਾਈ ਸੀ ਉੱਥੋਂ ਥੋੜ੍ਹੇ ਜਿਹੇ ਪਿੱਛੇ ਹਟੇ ਨੇ ਉਹ ਜੀ। ਕਈ ਜਗ੍ਹਾ, 1-2 ਜਗ੍ਹਾ ਹਲੇ ਹੋਰ ਫਸਾਈ ਹੋਈ ਹੈ, ਲੇਕਿਨ ਉਹ ਚੀਨ ਵੀ ਸਿਗਨਲ ਭੇਜ ਰਿਹਾ ਹੈ ਕਿ ਜੇ ਤੁਸੀਂ ਅਮਰੀਕਾ ਨਾਲ ਨਹੀਂ ਮਿਲੋਗੇ ਫਿਰ ਅਸੀਂ ਥੋੜ੍ਹੇ ਜਿਹੇ ਠੀਕ ਚੱਲਾਂਗੇ ਤੁਹਾਡੇ ਨਾਲ। ਸੋ ਇਹ ਚੱਲਦਾ ਰਹਿਣਾ ਨਵਾਂ ਸ਼ੀਤਲ ਯੁੱਧ ਦੇ ਵਿੱਚ। ਇਹ ਜਿਹੜੀ ਨਵੀਂ ਘੁਸਨਮੁਖੀ, ਕੂਣੀਆਂ ਮਾਰਨੀਆਂ ਇੱਕ ਦੂਜੇ ਨੂੰ, ਇਹ ਚੱਲਦੀ ਰਹਿਣੀ ਹੈ। ਇਹਦੇ ਵਿੱਚ ਡਿਪਲੋਮੇਸੀ ਬੜੀ ਔਖੀ ਹੋ ਜਾਂਦੀ ਹੈ ਜੀ, ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਦੇਸ਼ ਦੇ ਹਿੱਤ ਕਿਵੇਂ ਤੁਸੀਂ ਰੱਖਣੇ ਹੈ ਸਾਹਮਣੇ ਜੀ। ਤੇ ਉਸ ਦੇ ਵਿੱਚ ਅਸੀਂ ਇਸ ਵੇਲੇ ਜਾ ਰਹੇ ਹਾਂ। ਹਾਲਾਂਕਿ ਇਹ ਹੈ ਕਿ ਜੇ ਅਸੀਂ ਉੱਪਰ ਉੱਠਣਾ ਹੈ, ਜੇ ਅਸੀਂ ਆਪਣੀ ਇਕੋਨਮੀ ਨੂੰ ਉੱਪਰ ਉਠਾਉਣਾ ਹੈ, ਤਾਂ ਵੈਸਟਰਨ ਕੰਟਰੀਜ਼ ਤੇ ਅਮਰੀਕਾ ਚਾਹੀਦਾ ਸਾਨੂੰ ਟੈਕਨੋਲੋਜੀਜ਼ ਚਾਹੀਦੀਆਂ, ਸਾਨੂੰ ਮਾਰਕੀਟ ਚਾਹੀਦੀ ਹੈ। ਤੇ ਇਹਦੇ ਵਿੱਚ ਹਿੰਦੁਸਤਾਨ ਇਹਨਾਂ ਦੇ ਬਗੈਰ ਨਹੀਂ ਚੱਲ ਸਕਦਾ। ਇਨਫੋਰਮੇਸ਼ਨ ਟੈਕਨੋਲੋਜੀ 'ਚ ਦੇਖੋ ਕਿੰਨੀ ਵੱਡੀ ਇੰਡੀਆ ਦੀ ਐਕਸਪੋਰਟ ਹੈ ਜੀ, ਜਿਹੜੇ ਇੱਥੇ ਬੰਦੇ ਵੀ ਆਉਂਦੇ ਆ ਸਾਡੇ, ਔਰ ਐਕਸਪੋਰਟ ਵੀ ਹੋ ਰਿਹਾ ਸੌਫਟਵੇਅਰ।
ਸੋ ਸਰਵਿਸਿਜ਼ ਦੇ ਵਿੱਚ ਜਿਹੜੀ ਸਾਡੀ ਐਕਸਪੋਰਟ ਹੈ ਬਹੁਤ ਵੱਡਾ ਸੈਗਮੈਂਟ ਹੈ ਇੰਡੀਆ ਦਾ, ਫੋਰਨ ਐਕਸਚੇਂਜ ਜਿੱਥੋਂ ਅਸੀਂ ਕਮਾਉਂਦੇ ਹਾਂ ਜੀ। ਇਸ ਕਰਕੇ ਇੱਕ ਨਵੀਂ ਦੁਨੀਆ ਬਣ ਰਹੀ ਹੈ, ਉਹ ਦੁਨੀਆ ਦੇ ਵਿੱਚ ਪਾਵਰ ਸ਼ਿਫਟ ਹੋ ਰਹੀ ਹੈ। ਚੀਨ ਵੱਲ ਹੋ ਗਈ ਬਹੁਤ ਜ਼ਿਆਦਾ ਇਕਨੋਮਿਕ ਪਾਵਰ ਸ਼ਿਫਟ, ਜੀ। ਬਹੁਤ ਜ਼ਿਆਦਾ ਟ੍ਰੇਡ ਚੀਨ ਨੇ ਕੈਪਚਰ ਕਰ ਲਿਆ, ਮੈਨੂਫੈਕਚਰਿੰਗ ਕੈਪਚਰ ਕਰ ਲਈ। ਉਹਦਾ ਅਸਰ ਸਾਰੇ ਦੇਸ਼ਾਂ ਤੇ ਪਿਆ ਹੈ ਕਿਉਂਕਿ ਉਹ ਨੌਕਰੀਆਂ ਉੱਥੋਂ ਚਲੀਆਂ ਗਈਆਂ ਜੀ। ਜੇ ਉੱਥੋਂ ਨੌਕਰੀਆਂ ਚਲੇ ਗਏ, ਜਿਹੜੀ ਮਿਡਲ ਕਲਾਸ ਹੈ ਜਿਵੇਂ ਅਮਰੀਕਾ ਦੀ, ਉਹ ਫਿਰ ਟਰੰਪ ਵਰਗੇ ਬੰਦਿਆਂ ਦੇ ਪਿੱਛੇ ਲੱਗ ਲੈਂਦੇ ਆ ਜੀ। ਉਹ ਕਹਿੰਦੇ ਆ ਜੀ ਨਹੀਂ ਇਹ ਤਾਂ ਸਾਰੀ ਦੁਨੀਆ ਚਾਹੁੰਦੀ ਹੈ ਅਸੀਂ ਖਤਮ ਹੋ ਜਾਈਏ। ਮਿਡਲ ਕਲਾਸ ਨੂੰ ਜਿਹੜੀ ਮਿਡਲ ਕਲਾਸ ਹੈ ਜਿਹਨੂੰ ਇਹ ਲੱਗੇ ਕਿ ਕੋਈ ਭਵਿੱਖ ਨਹੀਂ ਹੈ, ਜਿਵੇਂ ਪੰਜਾਬ ਦੇ ਵਿੱਚ ਹੈ ਜਾਂ ਕਿਧਰੇ ਵੀ ਹੈ ਹਿੰਦੁਸਤਾਨ ਦੇ ਵਿੱਚ, ਬੱਚੇ ਕਹਿੰਦੇ ਆ ਜੀ ਇੱਥੇ ਤਾਂ ਨੌਕਰੀਆਂ ਹੈ ਨਹੀਂ, ਅਸੀਂ ਬਾਹਰ ਜਾਈਏ, ਕਿਸ ਤਰੀਕੇ ਨਾਲ ਬਾਹਰ ਨਿਕਲੀਏ। ਕੇਸੀ ਸਿੰਘ ਜੀ, ਇਹ ਇਸ ਦੇ ਬਾਰੇ ਆਪਾਂ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਗੱਲ ਕਰਨਾ ਚਾਹੁੰਦੇ ਸੀਗੇ। ਦੇਖੋ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ, ਸਾਰਾ ਯੂਥ ਜਿਹੜਾ ਹੈ ਉਹ ਪੰਜਾਬ ਤੋਂ ਬਾਹਰ ਨਿਕਲ ਰਿਹਾ। ਆਪਾਂ ਆਸਟ੍ਰੇਲੀਆ ਵਿੱਚ ਵੇਖ ਲਈਏ, ਨਿਊਜ਼ੀਲੈਂਡ ਵੇਖ ਲਈਏ, ਕੈਨੇਡਾ ਵੇਖ ਲਈਏ, ਯੂਰਪ ਵਿੱਚ ਵੇਖ ਲਈਏ, ਔਰ ਸਿਰਫ ਜਿਹੜਾ ਪੜ੍ਹਾ ਲਿਖਾ ਤਬਕਾ ਹੈ, ਪਹਿਲਾਂ ਹੁੰਦਾ ਸੀਗਾ ਕਿ ਪੜ੍ਹੇ ਲਿਖੇ ਲੋਕ ਬਾਹਰ ਡਾਕਟਰਸ ਵਗੈਰਾ ਸਾਡੇ ਆਏ, ਜਾਂ ਈਵਨ ਆਈਟੀ ਸੈਕਟਰ ਜਦ 90s Y2K ਦੇ ਬਾਅਦ ਡਿਵੈਲਪ ਹੋਇਆ ਔਰ ਨਿਕਲੇ, ਅੱਜ ਦੀ ਡੇਟ ਵਿੱਚ ਅਸੀਂ ਦੇਖ ਰਹੇ ਹਾਂ ਬਿਲਕੁਲ ਛੋਟੇ 17-18 ਸਾਲ ਦੇ ਬੱਚੇ ਐਂਡ ਈਵਨ ਲੇਬਰ ਦਾ ਜਿਹੜਾ ਜੌਬ ਕਰਨ ਵਾਸਤੇ ਮਿਡਲ ਈਸਟ ਜਾ ਰਹੇ ਨੇ, ਬਾਹਰ ਨਿਕਲ ਰਹੇ ਨੇ। ਕਿਉਂ ਪੰਜਾਬ ਵਿੱਚ ਕੋਈ ਹੋਪ ਨਹੀਂ ਨਜ਼ਰ ਆਉਂਦੀ ਉਹਨਾਂ ਨੂੰ? ਦੇਖੋ 2001 ਚ ਸ਼ਾਇਦ ਮੈਂ ਐਮਬੈਸਡਰ ਸੀ ਜਦ ਆਬੂ ਧਾਬੀ, ਜੀ। ਬਾਦਲ ਸਾਹਿਬ ਆਏ ਜੀ। ਆਫੀਸ਼ੀਅਲ ਵਿਜ਼ਿਟ ਤੇ ਨਹੀਂ ਸੀ, ਅਨਅਫੀਸ਼ੀਅਲ ਤੇ ਆਏ। ਮੈਂ ਘਰ ਰੱਖਿਆ ਇੱਕ ਦਿਨ, ਉਹਨਾਂ ਨੂੰ ਸਾਰੇ ਘੁਮਾਇਆ। ਮੈਂ ਉਹਨਾਂ ਨੂੰ 2001 ਚ ਕਿਹਾ, 20 ਸਾਲ ਪਹਿਲਾਂ, ਜੀ। ਮੈਂ ਕਿਹਾ ਜੀ ਦੇਖੋ ਇੱਥੇ ਲੇਬਰ 'ਚ ਮੈਂ ਪਹਿਲੀ ਵਾਰ ਦੇਖ ਰਿਹਾ ਸਾਫੇ ਵਾਲੇ ਮੁੰਡੇ ਆ ਰਹੇ ਲੇਬਰ 'ਚ ਜੀ। ਇਹ ਆਪਾਂ ਨੂੰ ਠੀਕ ਨਹੀਂ ਹੈ। ਇਹਦਾ ਮਤਲਬ ਪੰਜਾਬ 'ਚ ਜਿਹੜਾ ਆਪਾਂ ਮਾਡਲ ਚੱਲ ਰਿਹਾ ਆਪਣਾ, ਉਹ ਠੀਕ ਨਹੀਂ ਹੈ। ਕਿਉਂ ਕੋਰੀ ਲੇਬਰ ਕਰਨ ਮੁੰਡੇ ਬਾਹਰ ਆਉਣ? ਜੀ। ਆਉਣ ਨੌਕਰੀਆਂ ਤੇ ਉਹਨਾਂ ਨੂੰ ਸਕਿੱਲ ਸੈੱਟ ਦਿਓ। ਜਿਵੇਂ ਫਿਲੀਪੀਨ ਜਦ ਭੇਜਦਾ ਹੈ, ਗਲਫ 'ਚ ਵੀ ਭੇਜਦਾ ਹੈ, ਜੀ। ਉਹ ਟ੍ਰੇਨ ਕਰਕੇ ਭੇਜਦਾ ਬੰਦਿਆਂ ਨੂੰ, ਵੇਟਰ ਬਣੂਗਾ, ਕੁੱਕ ਬਣੂਗਾ, ਕੋਈ ਸਕਿੱਲ ਸੈੱਟ ਤਾਂ ਹੋਵੇ ਨਾ। ਉਹਦੇ ਬਿਨਾਂ ਤੁਸੀਂ ਕੋਰੀ ਲੇਬਰ ਜੇ ਬੰਦੇ ਬਾਹਰ ਭੇਜਣੇ ਹੈ ਔਰ ਇੰਨੀ ਗਰਮੀ 'ਚ ਉਹਨਾਂ ਨੇ ਕੰਮ ਕਰਨਾ ਹੈ ਉੱਥੇ, ਜੀ। ਤੇ ਇਹਦਾ ਮਤਲਬ ਤੁਹਾਡਾ ਆਪਣਾ ਮਾਡਲ ਫੇਲ ਹੈ। ਅੱਛਾ, ਹੁਣ ਉਹ 20 ਸਾਲ 'ਚ ਤਾਂ ਕੁਝ ਹੋਇਆ ਨਹੀਂ। 2 ਵਾਰ ਬਾਦਲ ਸਾਹਿਬ ਰਹਿ ਲਏ, 1 ਵਾਰ ਕੈਪਟਨ ਸਾਹਿਬ ਰਹਿ ਲਏ। ਦੇਖੋ ਪੰਜਾਬ ਦੇ ਵਿੱਚ ਜਿਹੜਾ ਗ੍ਰੀਨ ਰੈਵੋਲੂਸ਼ਨ, ਜੇ ਤੁਸੀਂ ਪੰਜਾਬ ਦੀ ਪਰ ਕੈਪੀਟਾ ਵੀ ਦੇਖੋ 1980-82 ਤਾਈਂ ਜੀ। ਅਸੀਂ ਪਰ ਕੈਪੀਟਾ 'ਚ 1 ਨੰਬਰ ਸੀ ਹਿੰਦੁਸਤਾਨ 'ਚ। ਜੀ। ਅੱਜ 12 ਜਾਂ 13 ਹੈ। ਅੱਛਾ। ਹਰਿਆਣਾ ਵੀ ਅੱਗੇ ਨਿਕਲ ਗਿਆ, ਹਿਮਾਚਲ ਵੀ ਅੱਗੇ ਨਿਕਲ ਗਿਆ। ਜੀ। ਕਿਉਂ? ਕਿਉਂਕਿ ਖੇਤੀਬਾੜੀ ਜਿਹੜਾ ਗ੍ਰੀਨ ਰੈਵੋਲੂਸ਼ਨ ਜਿਹਨੂੰ ਹਰੀ ਕ੍ਰਾਂਤੀਕਾਰੀ ਕਹਿੰਦੇ ਆ, ਜੀ। ਉਹਦਾ ਸਾਈਕਲ ਜਿਹੜਾ ਸੀਗਾ ਉਸ ਵੇਲੇ ਤਾਂ ਅਸੀਂ ਪੰਜਾਬ ਨੂੰ ਅਨਾਜ ਨਾਲ ਆਤਮ ਨਿਰਭਰ ਕਰਤਾ, ਸਾਰੇ ਹਿੰਦੁਸਤਾਨ ਨੂੰ। ਜੀ। ਥਾਪੀ ਦਿੰਦੇ ਰਹੇ ਸਾਨੂੰ 70 ਚ। 1965 ਚ ਬੋਰਲੌਗ ਲੈ ਕੇ ਆਇਆ ਸੀਡਸ ਪੰਜਾਬ ਦੇ ਵਿੱਚ। ਲੇਕਿਨ ਦੇਖੋ 1965 ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋ ਨੇ 1963 ਚ ਐਗਰੀਕਲਚਰ ਯੂਨੀਵਰਸਿਟੀ ਦੀ ਨੀਂਹ ਰੱਖਤੀ ਸੀ ਲੁਧਿਆਣੇ 'ਚ। ਠੀਕ ਹੈ ਜੀ। ਉਹ ਬੰਦਾ 2 ਸਾਲ ਪਹਿਲਾਂ ਦੇਖ ਰਿਹਾ ਸੀਗਾ ਕਿ ਪੰਜਾਬ ਦਾ ਭਵਿੱਖ ਕੀ ਹੈ, ਕਿੱਧਰ ਜਾਣਾ ਹੈ। ਬੋਰਲੌਗ 2 ਸਾਲ ਬਾਅਦ ਚ ਆਇਆ, ਕਿਉਂਕਿ ਜੇ ਉਹ ਜਿਹੜੇ ਨਵੀਆਂ ਜੇ ਫਸਲਾਂ ਤੁਸੀਂ ਉਗਾਉਣੀਆਂ ਸੀ, ਜੀ। ਜੇ ਤੁਹਾਡੀ ਉਹ ਯੂਨੀਵਰਸਿਟੀ ਨਾ ਹੋਵੇ, ਤੁਸੀਂ ਬੰਦੇ ਨਾ ਟ੍ਰੇਨ ਕਰੋ, ਤਾਂ ਉਹਨੂੰ ਸਪੋਰਟ ਕਿਵੇਂ ਕਰੋਗੇ? ਜੀ। ਉਹਦੇ ਵਿੱਚ ਇੰਸਪੈਕਟਰ ਜਾ ਕੇ ਨਹੀਂ ਦੱਸਣਗੇ ਹੁਣ ਇਹਦੇ 'ਚ ਰੇ ਪਾਉਣਾ ਹੈ, ਹੁਣ ਇਹਦੇ 'ਚ ਕੀ ਪਾਉਣਾ ਹੈ, ਹੁਣ ਇਹਦੀਆਂ ਨਵੀਆਂ ਵੈਰਾਈਟੀਜ਼ ਕਿਵੇਂ ਬਣਾਉਣੀਆਂ ਹੈ। ਜੀ। ਉਹ ਨੀਂਹ ਉਹਨੇ ਰੱਖਤੀ ਸੀ। ਦੇਖੋ ਉਹਦੇ ਕੈਰੋ ਸਾਹਿਬ ਦੇ ਬਾਅਦ ਮੈਂ ਸਮਝਦਾ ਕੋਈ ਚੀਫ ਮਿਨਿਸਟਰ ਨਹੀਂ ਆਇਆ ਜਿਹੜਾ ਇਹ ਸੋਚੇ ਕਿ ਪੰਜਾਬ ਨੂੰ ਅਗਲੇ 5 ਸਾਲ 'ਚ, 10 ਸਾਲ 'ਚ, 15 ਸਾਲ 'ਚ ਕਿੱਧਰ ਲਿਜਾਣਾ ਹੈ ਔਰ ਉਹਦਾ ਕੀ ਰੋਡ ਮੈਪ ਹੋਊਗਾ। ਹੁਣ ਇਸ ਵੇਲੇ ਦੇਖੋ 2 ਚੀਜ਼ਾਂ ਹੈ। ਪ੍ਰਧਾਨ ਮੰਤਰੀ ਵੀ ਕਹੀ ਜਾਂਦੇ ਮੈਂ ਡਬਲ ਕਰ ਦੂੰਗਾ ਇਨਕਮ ਕਿਸਾਨਾਂ ਦੀ। ਕਿਵੇਂ ਡਬਲ ਕਰ ਦੋਗੇ? ਤੁਸੀਂ ਐਮਐਸਪੀ ਬਤਾ ਦੋਗੇ, ਐਮਐਸਪੀ ਤੁਸੀਂ ਬਤਾਉਣਾ ਨਹੀਂ ਚਾਹੁੰਦੇ, ਮਿਨੀਮਮ ਸਪੋਰਟ ਪ੍ਰਾਈਸ, ਤੇ ਆਪੇ ਬੈਠੇ ਬਿਠਾਏ ਡਬਲ ਕਿਵੇਂ ਹੋ ਜੂਗੀ ਇਨਕਮ? ਉਲਟੇ ਉਹ ਕੱਟ ਕੇ ਖੇਤ ਤਾਂ ਛੋਟੇ ਹੁੰਦੇ ਜਾਂਦੇ ਆ, ਜਿਵੇਂ ਜਿਵੇਂ ਟੱਬਰ ਵੱਡੇ ਹੋ ਗਏ। ਤਾਂ ਉਹਦਾ ਇੱਕੋ ਹੀ ਤਰੀਕਾ ਹੈ, ਜਾਂ ਤਾਂ ਖੇਤੀਬਾੜੀ ਦਾ ਤਰੀਕਾ ਬਦਲੋ, ਨਵੀਆਂ ਫਸਲਾਂ ਲੈ ਕੇ ਆਓ। ਜੀ। ਨਵੀਆਂ ਫਸਲਾਂ ਆਪੇ ਤਾਂ ਕਿਸਾਨ ਲਗਾ ਨਹੀਂ ਸਕਦੇ, ਉਹ ਵਿਚਾਰੇ ਲਗਾਉਂਦੇ ਆ, ਉਹਨਾਂ ਨੂੰ ਕੋਈ ਖਰੀਦਦਾ ਨਹੀਂ, ਫਿਰ ਹਟ ਜਾਂਦੇ ਆ ਅਗਲੇ ਸਾਲ। ਜੀ। ਸੋ ਇਹਦਾ ਇੱਕ ਇੰਟੈਗਰੇਟਿਡ ਮਾਡਲ ਕਿਵੇਂ ਬਣੇ ਕਿ ਕਿਹੜੀਆਂ ਫਸਲਾਂ ਵੱਲ ਲਿਜਾਣਾ ਹੈ, ਜਾਂ ਇਹਨੂੰ ਕਿਵੇਂ ਨਵੀਂ ਟੈਕਨੋਲੋਜੀ ਨਾਲ ਜੁੜਨਾ। ਜਿਵੇਂ ਸਮਝੋ ਤੁਸੀਂ 1 ਏਕੜ ਹੈ, ਜੀ। ਉਹਦੇ ਵਿੱਚ ਹੁਣ ਕਹਿ ਰਹੇ ਨੇ, ਕੋਈ 1-1.5 ਸਾਲ ਪਹਿਲਾਂ ਮੈਂ ਦੁਬਈ 'ਚ ਸੀਗਾ, ਉੱਥੇ ਇਨਵੈਸਟਰ ਕਹਿਣ ਲੱਗਿਆ ਕਿ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫਾਰਮਰਸ ਨਾਲ ਗੱਲ ਕਰੀਏ ਕਿ ਤੁਸੀਂ ਸਾਨੂੰ ਕੁਝ ਜਗ੍ਹਾ ਦੇ ਦਿਓ, ਉਹਦੇ ਵਿੱਚ ਅਸੀਂ ਸੋਲਰ ਪੈਨਲਸ ਲਾ ਲੈਂਦੇ ਹਾਂ। ਅੱਜ ਕੱਲ੍ਹ ਸੋਲਰ ਪੈਨਲਸ ਵੀ ਆਈਆਂ ਜਿਹਦੇ ਵਿੱਚੋਂ ਤੁਹਾਡੀਆਂ ਸੂਰਜ ਦੀ ਰੇਖਾ ਵਿੱਚੋਂ ਨਿਕਲ ਜਾਂਦੀ ਹੈ, ਤੁਹਾਡੀ ਫਸਲ ਉਗਾਈ ਸਕਦੀ ਹੈ। ਤੁਸੀਂ ਉੱਤੇ ਤੁਸੀਂ ਉਹ ਲਗਾ ਸਕਦੇ ਹੋ ਆਪਣੀਆਂ ਟਾਈਲਸ। ਤੇ ਉਹ ਕਹਿੰਦਾ ਕਿ ਸਾਨੂੰ ਕੁਝ ਦੇ ਦੇਣ, 1 ਕਿੱਲੇ ਦੇ ਵਿੱਚੋਂ, 1 ਏਕੜ ਦੇ ਵਿੱਚੋਂ ਸਾਰਾ ਨਹੀਂ ਦੇਣਾ,
ਤਾਂ ਕੁਝ ਹਿੱਸਾ ਦੇ ਦਿਓ, ਉਹਦੇ ਚੋਂ ਜਿਹੜੀ ਇਹਨਾਂ ਦੇ ਕਰਜ਼ੇ ਕੁਰਜ਼ੇ ਹੈ ਉਹ ਅਸੀਂ ਉਹ ਦੇਈ ਜਾਵਾਂਗੇ ਕਰਜ਼ੇ, ਔਰ ਇਹਨਾਂ ਦੀ ਆਮਦਨ ਉਹਦੇ ਚੋਂ ਨਿਕਲੇਗੀ ਐਕਸਟਰਾ। ਜਿਹੜੀ ਖੇਤੀਬਾੜੀ ਹੈ ਉਹ ਖੇਤੀਬਾੜੀ ਕਰੀ ਜਾਣ। ਸੋ ਇਸ ਤਰੀਕੇ ਨਾਲ ਤੁਹਾਨੂੰ ਨਵੀਂ ਤਰ੍ਹਾਂ ਦੀ ਸੋਚ ਲਿਆਉਣੀ ਪਏਗੀ ਪੰਜਾਬ ਦੇ ਵਿੱਚ ਜੀ। ਜਦ ਤਾਈਂ ਤੁਸੀਂ ਉਹ ਨਹੀਂ ਲਾਉਂਦੇ, ਇੱਕ ਤਾਂ ਇਹ ਹੈ, ਦੂਜਾ ਤੁਸੀਂ ਕਿਸ ਤਰ੍ਹਾਂ ਦੀ ਇੰਡਸਟਰੀ ਲਿਆਉਣੀ ਹੈ। ਹੁਣ ਇਹ ਪੰਜਾਬ ਸਰਕਾਰ ਨੇ ਕਿਹਾ ਜੀ ਸੀ ਟਾਟਾ ਨਾਲ ਸਾਈਨ ਕਰ ਲਈ ਸਟੀਲ, ਹੁਣ ਸਟੀਲ ਇੰਡਸਟਰੀ ਕਿਵੇਂ ਲਾਉਣੀ ਹੈ ਤੁਸੀਂ ਪੰਜਾਬ ਦੇ ਵਿੱਚ? ਲੈਂਡ ਲੌਕਡ ਹੈ, ਇੱਧਰ ਪਾਕਿਸਤਾਨ ਹੈ, ਕੋਲਾ ਆਉਣਾ ਹੈ ਉਹ ਪੋਰਟਸ ਤੋਂ ਵਿੱਚੋਂ ਆਉਣਾ ਹੈ 2000 ਕਿਲੋਮੀਟਰ ਤੋਂ ਜੀ, ਜਾਂ ਬਿਹਾਰ ਤੋਂ ਆਉਣਾ ਹੈ ਜਾਂ ਝਾਰਖੰਡ ਤੋਂ ਆਉਣਾ ਹੈ ਜੀ, ਟ੍ਰੇਨ ਤੇ ਚੜ੍ਹ ਕੇ। ਜੇ ਤੁਸੀਂ ਉਹਦੇ ਬਾਅਦ ਸਟੀਲ ਬਣਾ ਕੇ ਭੇਜਣਾ ਹੈ ਹਿੰਦੁਸਤਾਨ, ਜਿਹੜੀਆਂ ਕਾਰ ਦੀਆਂ ਫੈਕਟਰੀਆਂ ਉਹ ਤਾਂ ਚੈਨਈ 'ਚ ਹੈ ਜਾਂ ਪੂਨੇ 'ਚ ਹੈ, ਇੱਥੇ ਸਟੀਲ ਬਣਾਓਗੇ ਫਿਰ ਉਹਨੂੰ 1500 2000 ਕਿਲੋਮੀਟਰ ਭੇਜੋ, ਨਹੀਂ ਬਣ ਸਕਦਾ। ਤੁਹਾਨੂੰ ਪੰਜਾਬ ਦਾ ਜਿਹੜਾ ਇੰਡਸਟਰੀਅਲ ਮਾਡਲ ਹੈ ਉਹ ਫਰਕ ਕਰਨਾ ਪੈਣਾ ਹੈ, ਉਹਦੇ 'ਚ ਕੋਈ ਸੋਚ ਨਹੀਂ ਹੈ ਕਿ ਕਿਵੇਂ ਕਰਨਾ ਹੈ ਇਹ। ਕੇਸੀ ਸਿੰਘ ਜੀ, ਅਸੀਂ ਇਹ ਗੱਲ ਜਾਰੀ ਰੱਖਾਂਗੇ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਲੋਕ ਗੱਲ ਕਰਦੇ ਨੇ ਕਿ ਕਿਆ ਪੰਜਾਬ ਨੂੰ ਕੈਲੀਫੋਰਨੀਆ ਦੇ ਮਾਡਲ ਤੇ ਇੱਕ ਆਈਟੀ ਹੱਬ ਦੀ ਤਰ੍ਹਾਂ ਬਣਾਇਆ ਜਾਏ ਜਾਂ ਐਗਰੀਕਲਚਰ ਦੀ ਜਿਹੜੀ ਨਵੀਂ ਟੈਕਨੀਕਸ ਐਂਡ ਐਜ਼ ਯੂ ਸੈਡ ਉਹਨਾਂ ਨੂੰ ਅਡਾਪਟ ਕੀਤਾ ਜਾਏ। ਕਾਰਪੋਰੇਟ ਦੀ ਇਸ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਇਸ਼ੂ ਹੈ ਜਿਸ ਦੇ ਅਗੇਂਸਟ ਸਾਰੀ ਜਿਹੜੀ ਫਾਰਮਰ ਮੂਵਮੈਂਟ ਹੈ ਦੈਟ ਵਾਸ ਬੇਸਿਕਲੀ ਅ ਮੂਵਮੈਂਟ ਅਗੇਂਸਟ ਕਾਰਪੋਰੇਟਾਈਜੇਸ਼ਨ ਆਫ ਐਗਰੀਕਲਚਰ। ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ। ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਆਸ਼ਮੀਤਾ ਦੀ ਜਗ੍ਹਾ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਮਿਸਟਰ ਸਿੰਘ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਪੰਜਾਬ ਵਾਸਤੇ ਇੱਕ ਐਗਰੀਕਲਚਰ ਦੇ ਮਾਡਲ ਦੀ। ਜਿਹੜੀ ਅਸੀਂ ਲਾਸਟ ਈਅਰ ਉੱਥੇ ਫਾਰਮਰਸ ਪ੍ਰੋਟੈਸਟ ਦੇਖੀ ਸਾਰੀ, ਉਹ ਬੇਸਿਕਲੀ ਜਿੱਦਾਂ ਆਪਾਂ ਗੱਲ ਕੀਤੀ ਇੱਕ ਸਾਰੀ ਵਰਲਡ ਵਿੱਚ ਇੱਕ ਮੂਵਮੈਂਟ ਹੈਗੀ ਹੈ ਐਗਰੀਕਲਚਰ ਵਿੱਚ ਵੀ ਕਾਰਪੋਰੇਟ ਨੂੰ ਲਿਆਉਣ ਦੀ, ਔਰ ਹਰ ਜਗ੍ਹਾ ਇਹ ਮਾਡਲ ਫੇਲ ਹੋਇਆ ਆਲ ਓਵਰ ਦ ਵਰਲਡ। ਈਵਨ US ਵਿੱਚ ਇੱਕ ਫੇਲਡ ਮਾਡਲ ਹੈਗਾ ਕਾਰਪੋਰੇਟ, ਔਰ ਬੜੀ ਸਟਰੋਂਗ ਰੈਜ਼ਿਸਟੈਂਸ ਨਾਲ ਔਰ ਬੜੇ ਸੋਹਣੇ ਤਰੀਕੇ ਨਾਲ ਸਾਡੇ ਜਿਹੜੇ ਫਾਰਮਰਸ ਹਨ ਇੰਡੀਆ ਦੇ, ਉਹਨਾਂ ਨੇ ਉਹ ਲੜਾਈ ਲੜੀ ਔਰ ਜਿੱਤੀ। ਤੁਸੀਂ ਕਹਿ ਰਹੇ ਹੋ ਕਿ ਸਾਨੂੰ ਐਗਰੀਕਲਚਰ ਮੇ ਬੀ ਕਲਚਰਲੀ ਹੈਰੀਟੇਜ ਨਾਲ ਆਪਾਂ ਉਸਦੇ ਨਾਲ ਜੁੜੇ ਹੋਏ ਹਾਂ, ਉਸ ਦੇ ਵਿੱਚ ਸਾਨੂੰ ਇੰਪਰੂਵਮੈਂਟ ਲਿਆਉਣ ਦੀ ਲੋੜ ਹੈ। ਕਿਉਂਕਿ ਕਈ ਲੋਕ ਇਹ ਕਹਿੰਦੇ ਨੇ ਕਿ ਬਈ ਪੰਜਾਬ ਦੀ ਜਗ੍ਹਾ ਵਿੱਚ ਮਤਲਬ ਐਗਰੀਕਲਚਰ ਜਿਹੜਾ ਹੈ ਉਸ ਦੇ ਦਿਨ ਵੀ ਹੈਵ ਲੈਫਟ them ਬਿਹਾਈਂਡ ਅਸ, ਸਾਨੂੰ ਇੱਕ ਕੈਲੀਫੋਰਨੀਆ ਵਰਗਾ IT ਦਾ ਉਸਨੂੰ ਹੱਬ ਬਣਾਉਣਾ ਚਾਹੀਦਾ। ਪਰ ਤੁਸੀਂ ਕਹਿੰਦੇ ਹੋ ਐਗਰੀਕਲਚਰ ਕੈਨ ਸਟਿਲ ਬੀ ਡਨ ਬਟ ਵੀ ਹੈਵ ਟੂ ਅਡਾਪਟ ਨਿਊ ਵੇਜ਼। ਆਪਣੀ ਥਾਟ ਸ਼ੇਅਰ ਕਰੋਗੇ? ਕੈਲੀਫੋਰਨੀਆ 'ਚ ਵੀ ਐਗਰੀਕਲਚਰ ਹੈ, ਫਰੂਟ ਗਰੋ ਹੁੰਦੇ ਆ, ਡਰਾਈ ਫਰੂਟਸ ਗਰੋ ਹੁੰਦੇ ਆ ਜੀ। ਸੋ ਹਾਇਰ ਵੈਲਿਊ ਦੀਆਂ ਕ੍ਰੌਪਸ ਕਿਵੇਂ ਲਿਆਉਣੀਆਂ ਜੀ। ਦੇਖੋ ਮਿਡਲ ਕਲਾਸ ਵੱਧ ਰਹੀ ਹੈ ਹਿੰਦੁਸਤਾਨ ਦੇ ਵਿੱਚ ਜੀ। ਈਟਿੰਗ ਹੈਬਿਟਸ, ਖਾਣ ਦੇ ਜਿਹੜੇ ਤੁਹਾਡੇ ਤਰੀਕੇ ਤੌਰ ਤਰੀਕੇ ਉਹ ਬਦਲ ਗਏ ਹੈ ਜੀ। ਗਰੀਬ ਬੰਦਾ ਵੀ ਚਾਹੁੰਦਾ ਆਪਣੇ ਬੱਚਿਆਂ ਨੂੰ ਮੈਂ ਫਰੂਟ ਦੇਵਾਂ, ਉਹਨਾਂ ਨੂੰ ਉਹ ਚੀਜ਼ਾਂ ਖਵਾਵਾਂ ਜਿਹੜੇ ਉਹ ਆਪ ਨਹੀਂ ਖਾ ਸਕੇ। ਤਾਂ ਇਸ ਕਰਕੇ ਜਿਵੇਂ ਜਿਵੇਂ ਮਿਡਲ ਕਲਾਸ ਵਧੇਗੀ, ਡਿਮਾਂਡ ਵਧੇਗੀ, ਤਾਂ ਇਸ ਕਰਕੇ ਟਾਟਾ, ਅੰਬਾਨੀ ਇਹ ਸਾਰੇ ਫੂਡ ਚੇਨ 'ਚ ਜਾ ਰਹੇ ਨੇ, ਇਹ ਵੱਡੀਆਂ ਮਾਰਕੀਟਿੰਗ ਕੰਪਨੀਆਂ ਬਣਾ ਰਹੇ ਨੇ ਜਿਹਦੇ ਵਿੱਚ ਤੁਸੀਂ ਸਾਰੇ ਤਰ੍ਹਾਂ ਦੀ ਚੀਜ਼ ਤੁਹਾਨੂੰ ਖਾਣ ਪੀਣ ਦੀ ਮਿਲੇ। ਤੁਸੀਂ ਇਹਨਾਂ ਦੇ ਰੋਲ ਨੂੰ ਐਗਰੀਕਲਚਰ ਵਿੱਚ ਐਨਕਰੇਜ ਕਰਦੇ ਹੋ? ਦੇਖੋ ਇਹ ਇਨਕਰੇਜ ਇਹ ਨਹੀਂ ਕਰਦੇ ਕਿ ਉਹ ਕੰਟਰੋਲ ਕਰਨ ਆ ਕੇ, ਜਿਵੇਂ ਕਿ ਅਦਾਨੀ ਨੇ ਕੀਤਾ ਹਿਮਾਚਲ ਦੇ ਵਿੱਚ ਕਿ ਕੱਲਾ ਜੇ ਪ੍ਰਾਈਵੇਟ ਸੈਕਟਰ ਆ ਜਾਏਗਾ 1-2 ਸਾਲ ਤੁਹਾਡੀ ਫਸਲ ਖਰੀਦੇਗਾ, ਫਿਰ ਤੁਹਾਨੂੰ ਖਿੱਚਣਾ ਸ਼ੁਰੂ ਕਰ ਦਿੰਦਾ। ਉਹਦੇ ਬਾਅਦ ਉਹ ਐਪਲ ਸੇਵਾਂ ਦੇ ਵਿੱਚ ਝਗੜਾ ਹੋਇਆ ਹਿਮਾਚਲ 'ਚ ਲੇਕਿਨ ਉਹਨਾਂ ਦੀ ਇਨਵੈਸਟਮੈਂਟ ਫੂਡ ਚੇਨ 'ਚ ਹੋ ਸਕਦੀ ਹੈ। ਕੋਲਡ ਸਟੋਰੇਜ ਕਿਵੇਂ ਬਣਾਉਣੇ ਆ, ਸਪਲਾਈ ਕਿਵੇਂ ਲੈਣੀ ਹੈ, ਅਲਟੀਮੇਟਲੀ ਤੁਸੀਂ ਚੀਜ਼ ਬਣਾਉਣੀ, ਲੇਕਿਨ ਉਹਦੇ ਸਟੇਟ ਨੂੰ ਵਿੱਚ ਰਹਿਣਾ ਪਏਗਾ। ਸਟੇਟ ਨੂੰ ਨਿਗਰਾਨੀ ਰੱਖਣੀ ਪਏਗੀ ਕਿ ਸਾਡਾ ਜਿਹੜਾ ਕਿਸਾਨ ਹੈ ਇਹਦੇ ਹਿੱਤ 'ਚ ਹੋਵੇ। ਇਹ ਅਸੀਂ ਇੱਕ ਚੀਜ਼ ਵੇਖ ਰਹੇ ਹਾਂ ਹੁਣ, ਜਿਹੜੇ ਕਾਰਪੋਰੇਟਸ ਹਨ ਇਹ ਉਹ ਬੈਂਕਸ ਖਰੀਦਦੇ ਪਏ, ਬੈਂਕ ਲੋਨ ਦਿੰਦਾ ਹੈ, ਲੋਨ ਜਿਸਲੇ ਪੇਮੈਂਟ ਨਹੀਂ ਕਰਦੀ ਹੈ, ਕਿਸਾਨ ਪੇਮੈਂਟ ਨਹੀਂ ਕਰ ਪਾਉਂਦਾ ਹੈ, ਪਹਿਲੇ ਤਾਂ ਸਰਕਾਰ ਉਹ ਮਾਫ ਕਰ ਦਿੰਦੀ ਸੀ ਲੋਨ, ਇਨ ਕਾਰਪੋਰੇਟ ਬੈਂਕਸ ਨੇ ਤੇ ਉਹ ਮਾਫ ਨਹੀਂ ਕਰਨਾ, ਅਗੇਨ ਇਹ ਉਸ ਜ਼ਮੀਨ ਦੇ ਪਿੱਛੇ ਆ ਰਹੇ ਨੇ। ਨਹੀਂ, ਉਹਦੇ 'ਚ ਮੈਂ ਤੁਹਾਨੂੰ ਦੱਸਦਾ ਪ੍ਰੋਬਲਮ ਕੀ ਹੋਈ ਹੈ। ਰਿਜ਼ਰਵ ਬੈਂਕ ਦੀ ਗਲਤੀ ਹੈ ਇਹਦੇ 'ਚ। ਸਾਡੇ ਨਾਲ ਇੱਕ ਜਿਹੜੇ ਮੈਂਬਰ ਜਿਹੜੀ ਅਸੀਂ ਸੰਸਥਾ ਬਣਾਈ ਹੈ ਪੋਲੀਟੀਕਲ ਪਾਰਟੀ, ਜਨਰਲ ਮੈਨੇਜਰ ਪੁਰਾਣੇ RBI ਦੇ ਜੁੜੇ ਹੋਏ ਨੇ, ਕੈਪਟਨ ਬਾਜਵਾ, ਉਹ ਟ੍ਰੈਜਰਰ ਵੀ ਨੇ ਪਾਰਟੀ ਦੇ। ਉਹਨਾਂ ਨੇ ਸਮਝਾਇਆ ਕਿ ਰਿਜ਼ਰਵ ਬੈਂਕ ਨੇ ਖੁੱਲੀ ਛੁੱਟੀ ਇਹਨਾਂ ਨੂੰ ਕਿਹਾ ਜੀ ਲੋਨ ਦਿਓ, ਜਲਦੀ ਦਿਓ, ਜ਼ਿਆਦਾ ਲੋਨ ਦਿਓ। ਅੱਛਾ, ਹੁਣ ਜੇ ਕਿਸਾਨ ਦੀ ਤੁਸੀਂ ਉਹਦੇ ਕੋਲ 3 ਕਿੱਲੇ ਹੈ ਤੁਸੀਂ 3 ਕਿੱਲਿਆਂ ਨੂੰ ਇਹ ਕਹੋ ਜੀ ਇਹਦੇ ਹੋ ਗਏ 30 ਲੱਖ ਰੁਪਏ ਕਿੱਲਾ ਲਾ ਕੇ 1 ਕਰੋੜ ਦੀ ਇਹਦੀ ਜਾਇਦਾਦ ਹੋ ਗਈ ਤੇ ਉਹਦੇ ਕਹੋ ਜੀ 10 ਲੱਖ ਮੈਂ ਇਹਨੂੰ ਲੋਨ ਦੇਤਾ, ਲੇਕਿਨ 3 ਕਿੱਲੇ ਤੋਂ ਉਹਦੀ ਆਮਦਨ ਤਾਂ ਹੈ ਨਹੀਂ ਜੀ। 3 ਕਿੱਲੇ ਤੋਂ ਹੈਂਡ ਟੂ ਮਾਊਥ ਹੈ, ਉਹ 19 ਕੁ ਕਮਾਈ ਕਰੇਗਾ ਜਿਹਦੇ ਨਾਲ ਉਹਦਾ ਆਪਣਾ ਗੁਜ਼ਾਰਾ ਹੁੰਦਾ ਹੈ। ਉਹ 10 ਲੱਖ ਮੋੜੂਗਾ ਕਿਵੇਂ? ਸੋ ਇਸ ਲਈ ਇਹਨਾਂ ਨੇ ਕੋਲੈਟਰਲਾਈਜ਼ ਕੀਤੀ ਜਾਂ ਜ਼ਮੀਨਾਂ ਤਾਂ ਉਹਦੇ 'ਚ ਉਹਨਾਂ ਦੀ ਆਮਦਨ ਨਹੀਂ ਦੇਖੀ,
ਉਹਦੇ 'ਚ ਉਹਨਾਂ ਦੀ ਕੀਮਤ ਦੇਖ ਲਈ ਜ਼ਮੀਨ ਦੀ ਜੀ ਅੱਛਾ ਹੁਣ ਉਸ ਵੇਲੇ ਤਾਂ ਚੈੱਕ ਵੀ ਨਹੀਂ ਸੀ ਲੈਂਦੇ, ਹੁਣ ਧੱਕੇ ਨਾਲ ਕਹਿ ਰਹੇ ਜੀ ਚੈੱਕ ਬਲੈਂਕ ਚੈੱਕ ਦਿਓ ਸਾਨੂੰ। ਸੋ ਇਹ ਚੀਜ਼ਾਂ ਸਰਕਾਰ ਨੂੰ ਹਟਾਉਣ ਦੀ ਲੋੜ ਹੈ ਕਿ ਉਹਨਾਂ ਨਾਲ ਧੋਖਾ ਹੋ ਗਿਆ ਕਿਸਾਨਾਂ ਦੇ ਨਾਲ ਜੀ। ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ, ਉਹਨਾਂ ਦੀ ਕਿਸਾਨਾਂ ਦੀ ਵੀ ਗਲਤੀ ਹੈ ਉਹਨਾਂ ਨੇ ਕਿਹਾ ਜੀ ਇੰਨਾ ਪੈਸਾ ਲੈ ਲਓ, ਟਰੈਕਟਰ ਖਰੀਦ ਲਿਆ, ਕੁੜੀ ਦੇ ਵਿਆਹ ਤੇ ਲਾਤਾ, ਇੱਧਰ ਉੱਧਰ ਉਡਾਤੇ ਪੈਸੇ, ਆਮਦਨ ਉਹੀ ਹੈ 3 ਕਿੱਲਿਆਂ ਚੋਂ। ਸੋ ਸਾਨੂੰ ਹੁਣ ਮਾਡਲ ਇਹ ਲੱਭਣਾ ਪੈਣਾ। ਅੱਛਾ ਫਿਰ ਕੀ ਹੈ ਕਿ ਜੀ ਮਾਫ ਕਰ ਦਿਓ ਕਰਜ਼ਾ, ਮਾਫ ਤਾਂ ਕਰ ਦਿਓ, ਉਹਨੂੰ ਅੰਗਰੇਜ਼ੀ ਵਿੱਚ ਅਸੀਂ ਇੱਥੇ ਕਹਿੰਦੇ ਹਾਂ ਮੋਰਲ ਹੈਜ਼ਰਡ। ਜਿਹੜਾ ਬੰਦਾ ਵਾਪਸ ਦਿੰਦਾ ਰਿਹਾ ਆਪਣਾ ਜੀ ਉਹਨੇ ਕੀ ਗਲਤੀ ਕੀਤੀ ਕਿ ਉਹ ਤਾਂ ਵਾਪਸ ਕਰਦਾ ਰਿਹਾ ਆਪਣਾ ਕਰਜ਼ਾ, ਜਿਹਨੇ ਨਹੀਂ ਵਾਪਸ ਕੀਤਾ ਉਹਦਾ ਤੁਸੀਂ ਮਾਫ ਕਰ ਦਿਓ, ਇਹਦਾ ਮਤਲਬ ਅੱਗੇ ਨੂੰ ਵੀ ਨਾ ਦੇਣ ਲੋਕ ਵਾਪਸ ਕਰਜ਼ਾ। ਸੋ ਇੱਕ ਨਵਾਂ ਮਾਡਲ ਬਣਾਉਣਾ ਪਏਗਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਜਾਂ ਸੋਲਰ ਨਾਲ ਲਿੰਕ ਕਰੋ, ਨਵੀਆਂ ਫੂਡ ਚੇਨਸ ਨਾਲ ਲਿੰਕ ਕਰੋ, ਜਿਹਦੇ ਨਾਲ ਇਹ ਹੋਵੇ ਭਾਈ ਤੇਰੀ ਆਮਦਨ ਵਧਾ ਰਹੇ ਹੈ, ਹੁਣ ਇਹ ਆਮਦਨ ਚੋਂ ਜਿਹੜਾ ਤੂੰ ਕਰਜ਼ਾ ਲਿਆ ਹੈ ਪਹਿਲਾਂ ਕਰਜ਼ਾ ਵਾਪਸ ਹੋਊਗਾ, ਕੁਝ ਕਰਜ਼ਾ ਮਾਫ ਕਰ ਦਾਂਗੇ, ਚਲੋ ਇਹਦੇ ਤੇ ਸੂਦ ਮਾਫ ਕਰ ਦਾਂਗੇ, ਲੇਕਿਨ ਕਰਜ਼ਾ ਵੀ ਕਟੇਗਾ, ਤੇਰੀ ਆਮਦਨ ਵੀ। ਉਹ ਕੋਈ ਨਹੀਂ ਗੱਲ ਕਰਦਾ। ਦੇਖੋ ਜਿਹੜਾ ਕਿਸਾਨਾਂ ਦਾ ਅੰਦੋਲਨ ਵੀ ਹੋਇਆ, ਇਹ ਸਵਾਲ ਉਦੋਂ ਵੀ ਸੀਗਾ, ਕੀ ਸੀ ਅੰਦੋਲਨ, ਕਿ ਜਿਸ ਹਾਲਤ 'ਚ ਅਸੀਂ ਹੈ ਉਸ 'ਚ ਵੀ ਮੋਦੀ ਸਾਹਿਬ ਸਾਨੂੰ ਛੱਡਣਾ ਨਹੀਂ ਚਾਹੁੰਦੇ। MSP ਕਿਹਾ ਜੀ ਅਸੀਂ ਦੇਵਾਂਗੇ ਨਹੀਂ ਤੁਹਾਨੂੰ, ਹੌਲੀ ਹੌਲੀ ਹਟਾ ਦਾਂਗੇ, ਸਾਨੂੰ ਉਸੇ ਹਾਲਤ 'ਚ ਰਹਿਣ ਦਿਓ, ਲੇਕਿਨ ਉਹਦੇ ਨਾਲ ਤਾਂ ਕਰਜ਼ਾ ਮਾਫ ਨਹੀਂ ਹੋਣਾ ਜੀ। ਉਹ ਤਾਂ ਸਿਰਫ ਇਹੀ ਸੀਗਾ ਕਿ ਜਿਹੜੇ ਹਾਲਤ 'ਚ ਹੈ ਉਹਦੇ 'ਚ ਹੀ ਅਸੀਂ ਰਹੀਏ ਜੀ, ਲੇਕਿਨ ਉਸ ਹਾਲਤ 'ਚੋਂ ਕਿਵੇਂ ਨਿਕਲਣਾ ਹੈ, ਇਹ ਨਾ ਹੁਣ ਦੀ ਪੰਜਾਬ ਸਰਕਾਰ, ਨਾ ਪੁਰਾਣੀ ਪੰਜਾਬ ਸਰਕਾਰ, ਨਾ ਕਿਸੇ ਹੋਰ ਸੂਬੇ ਦੀ ਸਰਕਾਰ, ਇਹਨਾਂ ਕੋਲ ਕੋਈ ਤਰੀਕਾ ਨਹੀਂ ਹੈ। ਦੇਖੋ ਇਸ ਵੇਲੇ ਜੀ ਭਾਰਤ ਸਰਕਾਰ ਨੇ ਇੱਕ ਐਗਰੀਮੈਂਟ ਕੀਤਾ ਹੈ, ਆ ਜਿਹੜੀ ਨਵੀਂ ਇੱਕ I2U2 ਬਣਾਈ ਹੈ, ਜਿਹਦੇ 'ਚ ਇਮਰਾਤ ਹੈ, ਅਮਰੀਕਾ ਹੈ, ਇਜ਼ਰਾਈਲ ਹੈ ਤੇ ਇੰਡੀਆ ਹੈ ਜੀ। ਉਹਦੇ 'ਚ ਇਹਨਾਂ ਨੇ ਕਿਹਾ, ਅਮਰਾਤ ਵਾਲਿਆਂ ਨੇ, ਕਿ ਅਸੀਂ $1 ਬਿਲੀਅਨ ਲਾਵਾਂਗੇ, ਤੁਸੀਂ ਇਹਦੇ 'ਚ ਸਟੋਰੇਜ ਵਗੈਰਾ ਸਾਨੂੰ ਦੱਸੋ ਕਿਵੇਂ ਸਪਲਾਈ ਕਰੋਗੇ ਸਾਨੂੰ ਫਰੂਟ ਤੇ ਵੈਜੀਟੇਬਲਸ। ਉਹ ਕਹਤਾ ਜੀ ਅੱਧਾ ਲਗਾਵਾਂਗੇ ਅਸੀਂ ਗੁਜਰਾਤ 'ਚ, ਅੱਧਾ ਲਾਵਾਂਗੇ ਮੱਧ ਪ੍ਰਦੇਸ਼। ਕਿਉਂ ਬਈ, ਜੇ ਲਗਾਉਣਾ ਹੈ ਤੁਸੀਂ ਬਾਕੀ ਦੇ ਸੂਬਿਆਂ 'ਚ ਕਿਉਂ ਨਹੀਂ ਲਾ ਰਹੇ? ਕੋਈ ਨਹੀਂ ਬੋਲਿਆ, ਨਾ ਪੰਜਾਬ ਦਾ ਚੀਫ ਮਿਨਿਸਟਰ ਬੋਲਿਆ, ਨਾ ਹਰਿਆਣੇ ਨੇ ਕੀ ਬੋਲਣਾ, ਉਹ ਤਾਂ BJP ਦਾ, ਨਾ UP ਵਾਲਾ ਬੋਲਿਆ, ਉਹ ਵੀ BJP ਦਾ। ਤਾਂ ਇਸ ਕਰਕੇ ਸੂਬਿਆਂ ਨੂੰ ਕਹਿਣਾ ਚਾਹੀਦਾ ਜੀ ਜੇ $1 ਬਿਲੀਅਨ ਆ ਰਿਹਾ ਤਾਂ ਤੁਸੀਂ ਬਟਵਾਰਾ ਕਰਕੇ ਸਾਰੇ ਸੂਬਿਆਂ 'ਚ ਲਾਓ, 2 'ਚ ਕਿਉਂ ਲਾ ਰਹੇ ਹੋ? ਗੁਜਰਾਤ 'ਚ ਇਲੈਕਸ਼ਨ ਹੋਣੀ ਹੈ ਤਾਂ ਉੱਥੇ ਤਾਂ ਲਾ ਰਹੇ ਹੋ, ਮੱਧ ਪ੍ਰਦੇਸ਼ ਤੁਹਾਡੀ ਸਰਕਾਰ ਹੈ ਤਾਂ ਲਾ ਰਹੇ ਹੋ। ਸੋ ਇਹ ਚੀਜ਼ਾਂ ਤਾਂ ਹੋ ਸਕਦੀਆਂ ਜੇ ਸਰਕਾਰ ਇਹੀ ਜਿਹੀ ਹੋਵੇ ਜੀ, ਜਿਹੜੀ ਸੂਬੇ ਦੀ ਹੋਵੇ, ਖੇਤਰੀ ਸਰਕਾਰ ਹੋਵੇ, ਖੇਤਰੀ ਪਾਰਟੀ ਚਲਾ ਰਹੀ ਹੋਵੇ, ਜਿਹੜੀ ਡਰੇ ਨਾ ਕਿ ਜੀ ਆ ਸਾਡੇ ਸੂਬੇ ਦੇ ਆ ਮੁੱਦੇ ਨੇ ਜੀ, ਇਹਨਾਂ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰੋ ਜਾ ਕੇ। ਕੇਸੀ ਸਿੰਘ ਜੀ, ਆਪਾਂ ਇਸ ਬਾਰੇ ਹੋਰ ਗੱਲ ਕਰਦੇ ਹਾਂ। ਤੁਸੀਂ ਇੱਕ ਖੇਤਰੀ ਪਾਰਟੀ ਵੀ ਸ਼ੁਰੂ ਕੀਤੀ ਹੈ ਪੰਜਾਬ ਵਿੱਚ, ਬਟ ਸਾਡੇ ਨਾਲ ਕੁਝ ਕਾਲਰਸ ਜੁੜ ਗਏ ਨੇ, ਆਪਾਂ ਗੱਲ ਕਰੀਏ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਜੀ? ਹਾਂ, ਮੈਂ ਡਾਕਟਰ ਰਜਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਬੋਲ ਰਿਹਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ। ਹਾਂ, ਬਹੁਤ ਅੱਛਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੈ, ਵੈਰੀ ਬੜਾ ਇੰਪ੍ਰੈਸਿਵ ਅਕਾਊਂਟ ਦੱਸ ਰਹੇ ਆ ਆਪਣੇ ਤੁਹਾਡੇ ਗੈਸਟ। ਪਰ ਮੇਰਾ ਇੱਕ ਥੋੜਾ ਜਿਹਾ ਇਹਨਾਂ ਨੂੰ ਛੋਟਾ ਜਿਹਾ ਸਵਾਲ ਹੈ ਜੀ, ਵੀ ਜਿਵੇਂ ਇਹਨਾਂ ਨੇ ਪਹਿਲਾਂ ਕਿਹਾ ਵੀ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਸਾਨੂੰ ਕੋਈ ਬਹੁਤ ਚੰਗਾ ਪੰਜਾਬ ਵਿੱਚ ਲੀਡਰ ਨਹੀਂ ਮਿਲਿਆ ਜੀ, ਔਰ ਉਸ ਤੋਂ ਬਾਅਦ ਜਿਹੜੇ 2 ਚੀਫ ਮਿਨਿਸਟਰ ਜ਼ਿਆਦਾ ਦੇਰ ਰਹੇ ਉਹਨਾਂ ਦਾ ਆਪਾਂ ਨੂੰ ਪਤਾ ਹੈ। ਪਰ ਮੈਂ ਥੋੜਾ ਜਿਹਾ ਉੱਥੋਂ ਹਟ ਕੇ ਸਵਾਲ ਪੁੱਛਣਾ ਚਾਹੁੰਦਾ ਕਿ ਜਿਵੇਂ ਪੰਜਾਬ ਸਟੇਟ ਅੱਜ ਦੇ ਦਿਨ ਔਰ 24 ਤੱਕ ਜਦੋਂ ਅੱਗੇ ਜਨਰਲ ਇਲੈਕਸ਼ਨ ਹੋਏਗੀ ਜੀ, ਉਹਦੇ ਵਿੱਚ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਹੜੀ ਪਿਕਚਰ 'ਚ ਇਹ ਦੇਖਣਾ ਸਾਨੂੰ ਪਵੇਗਾ ਪੰਜਾਬ 'ਚ? ਕਿਉਂਕਿ ਇਹਨਾਂ ਦਾ ਬੜਾ ਤਜਰਬਾ ਹੈ 1983 ਤੋਂ ਇੰਦਰਾ ਗਾਂਧੀ ਦੇ ਨਾਲ, ਗਿਆਨੀ ਜ਼ੈਲ ਸਿੰਘ ਦੇ ਨਾਲ, ਦੂਜਿਆਂ ਨਾਲ। ਸੋ ਇਹ ਜਿਹੜੇ ਸਾਡੇ ਸਿੱਖ ਮਸਲੇ ਹੈ ਉੱਥੇ ਔਰ ਅਬਰਾਡ, ਇਹਨਾਂ ਦੀ ਲਾਈਟ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕੀ ਰੋਲ ਹੋਏਗਾ? ਕਿਉਂਕਿ ਉਹ 2024 ਤੱਕ ਤਾਂ MP ਹੈਗੇ ਹੀ ਹੈਗੇ ਹੁਣ। ਸੋ ਮੇਰਾ ਇਹ ਸਵਾਲ ਹੈ ਜੀ। ਦੇਖੋ, ਸਿਮਰਨਜੀਤ ਮਾਨ ਪੁਰਾਣੇ ਮਿੱਤਰ ਨੇ, ਕਾਲਜ 'ਚ ਉਮਰ 'ਚ ਮੇਰੇ ਤੋਂ ਵੱਡੇ ਨੇ, ਕਾਲਜ 'ਚ 1 ਸਾਲ ਪਿੱਛੇ ਹੁੰਦੇ ਸੀ ਮੇਰੇ ਤੋਂ, IPS 'ਚ ਆ ਗਏ, IPS ਛੱਡ ਕੇ, ਠੀਕ ਹੈ ਇਹਨਾਂ ਦੀ ਕੁਰਬਾਨੀ ਰਹੀ, ਜੇਲ੍ਹ 'ਚ ਰਹੇ। ਜਦ ਇਹ ਜੇਲ੍ਹ 'ਚੋਂ ਨਿਕਲ ਕੇ ਆਏ, ਸਾਲ ਭਰ ਮੈਂ ਇਹਨਾਂ ਨਾਲ ਤਾਲੁਕ ਰੱਖਿਆ। ਪ੍ਰਭੂ ਚਾਵਲਾ ਜਰਨਲਿਸਟ ਨੇ, ਉਹ VP ਸਿੰਘ ਨਾਲ ਕੰਟੈਕਟ ਕਰ ਰਹੇ ਸੀ, ਮੈਂ ਇਹਨਾਂ ਨਾਲ, ਕਿ ਕਿਸੇ ਤਰੀਕੇ ਨਾਲ ਪੰਜਾਬ ਦਾ ਫੈਸਲਾ ਕਰਾਈਏ। ਇਹ ਆਪਣੀ ਕਿਰਪਾਨ ਛੱਡਣ ਨੂੰ ਤਿਆਰ। VP ਸਿੰਘ IB ਦੀ ਗੱਲ ਤੇ ਨਹੀਂ ਜੀ, ਇਹਨਾਂ ਦਾ ਇਤਵਾਰ ਨਹੀਂ ਅਸੀਂ ਕਰ ਸਕਦੇ। ਸੋ ਗੱਲ 1 ਸਾਲ ਉਦੋਂ ਮੈਂ ਇਹਨਾਂ ਨਾਲ ਬਤਾਈ ਇਸ ਚੀਜ਼ ਤੇ। ਮੇਰੀ ਜਿਹੜੀ ਸੋਚ ਹੈ ਕਿ ਸਿਮਰਜੀਤ ਮਾਨ ਜਿਹੜੇ ਐਤਕੀ ਜਿੱਤ ਗਏ,
ਇਹ ਜਿੱਤ ਦੇ ਕਈ ਕਾਰਨ ਸੀਗੇ। ਇੱਕ ਤਾਂ ਵੋਟਾਂ ਬਹੁਤ ਘੱਟ ਪਈਆਂ, ਕਿਉਂਕਿ ਆਪ ਵਾਲੇ ਜਿਹੜੇ ਨੌਜਵਾਨਾਂ ਨੇ ਵੋਟਾਂ ਪਾਈਆਂ ਸੀਗੀਆਂ ਉਹ ਸਿੱਧੂ ਮੂਸੇਵਾਲੇ ਤੇ ਗੁੱਸੇ ਹੋ ਕੇ ਉਹ ਇਹ ਦਿਖਾਉਣਾ ਚਾਹੁੰਦੇ ਸੀ ਕਿ ਆਪ ਦੀ ਸਰਕਾਰ ਔਰ ਭਗਵੰਤ ਮਾਨ ਨੇ ਜਿਹੜੀ ਸਿਕਿਉਰਿਟੀ ਵਾਪਸ ਲਈ ਹੈ ਉਹ ਗਲਤ ਲਈ ਹੈ। ਉਹ ਸਿੱਧੂ ਮੂਸੇਵਾਲੇ ਦੀ ਮੌਤ ਇਸ ਕਰਕੇ ਹੋਈ। ਉਹ ਮੂਸੇਵਾਲੇ ਵਾਲਾ ਮੁੱਦਾ ਜੁੜ ਗਿਆ ਮਾਨ ਦੇ ਨਾਲ। ਤੋਂ ਇੱਕ ਤਾਂ ਵੋਟਾਂ ਪਈਆਂ ਘੱਟ, ਕਾਫੀ ਬੰਦਿਆਂ ਨੇ 15-20% ਘੱਟ ਵੋਟ ਪਈ, ਔਰ ਉਹ ਇੱਕ ਤਰੀਕੇ ਨਾਲ ਸੰਗਰੂਰ ਇੱਕ ਸੁਨੇਹਾ ਦੇਣਾ ਚਾਹੁੰਦਾ ਸੀ ਆਪ ਨੂੰ ਔਰ ਖਾਸ ਤੌਰ ਤੇ ਭਗਵੰਤ ਮਾਨ ਨੂੰ ਕਿ ਜਿਸ ਤਰੀਕੇ ਨਾਲ ਤੁਸੀਂ ਚੱਲ ਰਹੇ ਹੋ ਇਸ ਤਰੀਕੇ ਨਾਲ ਜਿਹੜਾ ਤੁਹਾਨੂੰ ਅਸੀਂ 92 ਬੰਦੇ ਜਿਤਾਏ ਹੈ ਉਹ ਤੁਸੀਂ ਇਹ ਨਾ ਸਮਝੋ ਅਸੀਂ ਤੁਹਾਨੂੰ ਹੁਣ 5 ਸਾਲ ਲਈ ਦੇ ਦਿੱਤਾ ਚੈੱਕ ਤੇ ਅਸੀਂ ਤੁਹਾਡੇ ਤੇ ਨਿਗਰਾਨੀ ਰੱਖ ਰਹੇ ਹਾਂ। ਹੁਣ ਮਾਨ ਸਾਹਿਬ ਇਹਨੂੰ ਵਧਾ ਨਹੀਂ ਸਕਣਗੇ, ਉਹਦੇ ਬਾਅਦ ਉਲਝ ਗਏ, ਉਹਦੇ ਵੱਲ ਭਗਤ ਸਿੰਘ ਦਾ ਪੰਗਾ ਲੈ ਲਿਆ, ਉਹਦੇ ਬਾਅਦ ਆਪਣੇ ਨਾਨੇ ਦੀ ਗੱਲ ਲੈ ਲਈ ਜਿਹਨੇ ਡਾਇਰ ਨੂੰ ਸਰੋਪਾ ਦਿੱਤਾ ਸੀਗਾ। ਸੋ ਉਹ ਮਾਨ ਸਾਹਿਬ ਉਨੇ ਕੁ ਜੋਗੇ ਹੈ, ਉਹ ਉਹਨਾਂ ਨੇ ਮੇਰਾ ਖਿਆਲ ਇਹ ਅਖੀਰਲਾ ਉਹਨਾਂ ਦਾ ਸੀਗਾ ਜਿਹੜਾ ਉਹਨਾਂ ਨੇ ਕਰ ਲਿਆ। 2 ਸਾਲ ਆਪਣੇ ਬਤਾ ਲੈਣਗੇ, ਲੇਕਿਨ ਉਹ ਮੰਨਦੇ ਨਹੀਂ ਜੀ। ਉਹਨਾਂ ਨੂੰ ਕੋਈ ਗੱਲ ਸਮਝਾਓ। ਦੇਖੋ ਸਿਆਸਤ ਦੇ ਅੰਦਰ ਤੁਹਾਨੂੰ ਆਪਣੇ ਅਸੂਲਾਂ ਨੂੰ ਨਹੀਂ ਬਦਲਣਾ ਪੈਂਦਾ, ਲੇਕਿਨ ਆਪਣੇ ਜਿਹੜੇ ਟੈਕਟਿਕਸ ਹੈ ਕਿ ਬਾਕੀ ਦੇ ਬੰਦਿਆਂ ਨਾਲ ਕਿਵੇਂ ਵਰਤਣਾ ਹੈ ਉਹ ਤੁਹਾਨੂੰ ਤਰੀਕਾ ਕਰਕੇ ਨਾਲ ਜੋੜਨੇ ਪੈਂਦੇ ਆ ਬੰਦੇ। ਜੇ ਤੁਸੀਂ ਸਾਰਾ ਪੰਜਾਬ ਨਾਲ ਜੋੜਨਾ ਹੈ ਤਾਂ ਕਈ ਤਰ੍ਹਾਂ ਦੇ ਬੰਦੇ ਤੁਹਾਨੂੰ ਨਾਲ ਲੈਣੇ ਪੈਣਗੇ। ਉਹ ਕਹਿੰਦੇ ਆ ਕਿ ਮੈਂ ਜਾਂ ਮੇਰੀ ਬਾਂਸਰੀ ਸੁਣੋ ਤੇ ਜਾਂ ਚੱਲੋ ਤੁਸੀਂ। ਤਾਂ ਇਸ ਕਰਕੇ ਮੇਰਾ ਨਹੀਂ ਖਿਆਲ ਕਿ ਮਾਨ ਸਾਹਿਬ ਇਹਨੂੰ ਵਧਾ ਸਕਣਗੇ, ਕਿਉਂਕਿ ਇਹ ਵਨ ਆਫ ਹੈ ਜਿਹੜਾ ਸੰਗਰੂਰ 'ਚ ਹੋਇਆ। ਲੇਕਿਨ ਹਲੇ ਵੀ ਜਗ੍ਹਾ ਖਾਲੀ ਹੈ। ਪੰਜਾਬ ਹਲੇ ਵੀ ਲੱਭ ਰਿਹਾ ਹੈ ਇੱਕ ਖੇਤਰੀ ਪਾਰਟੀ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਨੇ ਗਲਤੀ ਕਰ ਲਈ ਆਪ ਨੂੰ ਬਣਾ ਕੇ, ਕਿਉਂਕਿ ਆਪ ਨੂੰ ਉਹਨਾਂ ਨੇ ਵੋਟਾਂ ਪਾਤੀਆਂ। ਉਹਨਾਂ ਨੂੰ ਨਜ਼ਰ ਹੁਣ ਆ ਰਿਹਾ ਕਿ ਇਹ ਵੀ ਦਿੱਲੀੋਂ ਚੱਲਦੀ ਹੈ ਪਾਰਟੀ। ਫਿਰ ਫਰਕ ਕੀ ਪਿਆ? ਉਹ ਜੇ ਕਾਂਗਰਸ ਚਲਾਉਂਦੀ ਸੀ ਉਹਨਾਂ ਕੋਲ ਤਾਂ ਕਈ ਸੂਬੇ ਸੀ, ਆਪ ਵਾਲਿਆਂ ਨੂੰ ਤਾਂ ਇੱਕੋ ਹੀ ਖਿਲੌਣਾ ਮਿਲਿਆ ਹੋਇਆ ਪੰਜਾਬ ਦਾ। ਔਰ ਪੰਜਾਬ ਫਸ ਗਿਆ ਕੇਜਰੀਵਾਲ ਦੀ ਮੋਦੀ ਸਾਹਿਬ ਨਾਲ ਜਿਹੜੀ ਲੜਾਈ ਹੈ ਉਹ ਯੁੱਧ ਦੇ ਵਿੱਚ ਪੰਜਾਬ ਵਿੱਚ ਫਸ ਗਿਆ। ਹੁਣ ਪੰਜਾਬ ਨੂੰ ਕੁਝ ਨਹੀਂ ਦੇਣਗੇ ਸੈਂਟਰ ਵਾਲੇ ਜੇ ਅਸੀਂ ਕੋਈ ਚੀਜ਼ ਮੰਗਣ ਜਾਈਏ, ਸਪੋਰਟ ਮੰਗਣ ਜਾਈਏ। ਤਾਂ ਇਸ ਕਰਕੇ ਪੰਜਾਬ ਥੋੜ੍ਹਾ ਜਿਹਾ ਉਲਝ ਗਿਆ। ਲੋਕ ਸਭਾ ਦੀ ਇਲੈਕਸ਼ਨ ਤਾਈਂ ਇੰਝ ਹੀ ਚੱਲੂਗਾ। ਦੇਖਦੇ ਹਾਂ ਕਿ ਉਦੋਂ ਤਾਈਂ ਥੋੜ੍ਹਾ ਜਿਹਾ ਨਜ਼ਰਾਨਾ ਸਾਫ਼ ਹੁੰਦਾ ਹੈ ਕੀ ਹੁੰਦਾ ਹੈ, ਕਿਉਂਕਿ ਨਿਤਿਸ਼ ਕੁਮਾਰ ਜੀ ਜਿਹੜੇ ਅਦਲ ਬਦਲ ਬਿਹਾਰ 'ਚ ਹੋਈ ਹੈ ਉਹਦਾ ਅਸਰ ਨੈਸ਼ਨਲ ਪੋਲਿਟਿਕਸ 'ਤੇ ਪਿਆ ਹੈ ਔਰ ਪੈ ਰਿਹਾ ਔਰ ਪਏਗਾ, ਕਿਉਂਕਿ ਉਹ ਇੱਕ ਐਸਾ ਚਿਹਰਾ ਹੈ ਜਿਹੜਾ ਇੱਕ ਆਪੋਜੀਸ਼ਨ ਨੂੰ ਲੀਡਰੀ ਦੇ ਸਕਦਾ ਹੈ। ਉਹ ਕੱਲ੍ਹ ਪਰਸੋਂ ਦਿੱਲੀ ਸੀਗੇ, ਕੇਜਰੀਵਾਲ ਨੂੰ ਮਿਲੇ ਨੇ, ਹੋਰ ਲੀਡਰਾਂ ਨੂੰ ਵੀ ਮਿਲ ਰਹੇ ਨੇ। ਉਹ ਬੈਕਵਰਡ ਕਮਿਊਨਿਟੀ ਤੋਂ ਨੇ, ਹਿੰਦੀ ਏਰੀਏ ਤੋਂ ਨੇ। ਤਾਂ ਇਸ ਕਰਕੇ ਇਹ ਆਪੋਜੀਸ਼ਨ ਨੂੰ ਇੱਕ ਬਿਹਾਰ 'ਚੋਂ ਚਿਹਰਾ ਮਿਲਦਾ ਹੈ ਜਿਹੜਾ ਕਿ ਕੁਝ ਮੁਕਾਬਲਾ ਬੀਜੇਪੀ ਦਾ ਕਰਨਾ ਸ਼ੁਰੂ ਕਰ ਸਕਦਾ ਹੈ। ਹੁਣ ਕਰ ਸਕਣਗੇ ਕਿ ਨਹੀਂ ਇਹ ਸਾਨੂੰ ਨਹੀਂ ਪਤਾ, ਲੇਕਿਨ ਇਹਦੇ 'ਚੋਂ ਪੰਜਾਬ ਨੇ ਕਿੱਧਰ ਜਾਣਾ ਹੈ ਪੰਜਾਬ ਨੂੰ ਵੀ ਸੋਚਣਾ ਪਏਗਾ ਕਿਹਦੇ ਨਾਲ ਜੁੜਨਾ ਹੈ, ਕਿਉਂਕਿ ਲੱਗਦਾ ਇਹ ਹੈ ਕਿ ਬੀਜੇਪੀ ਤਾਂ ਬੰਦੇ ਬਾਹਰਲੀਆਂ ਪਾਰਟੀਆਂ 'ਚੋਂ ਲੈ ਕਾਂਗਰਸ 'ਚੋਂ ਤੋੜ ਆਪਣੇ 'ਚ ਜੋੜ ਕੇ ਸਾਰੀਆਂ ਸੀਟਾਂ 'ਤੇ ਆਪਣੇ ਬੰਦੇ ਖੜੇ ਕਰਨਾ ਚਾਹੁੰਦੇ ਆ। ਅੱਛਾ, ਉਹ ਹੁਣ ਅੱਗੇ ਸੀ ਦੇਖਿਆ ਹੀ ਆ, ਮਹਾਰਾਜ ਇਹਨਾਂ ਨਾਲ ਲੱਗੇ ਤਾਂ ਜ਼ੀਰੋ ਹੋ ਗਿਆ ਸਾਰਾ ਕੁਝ। ਉਹਦੇ ਬਾਅਦ ਢੀਂਡਸਾ ਸਾਹਿਬ ਲੱਗੇ, ਉਹਨਾਂ ਦਾ ਵੀ ਕੁਝ ਨਹੀਂ ਬਣਿਆ। ਤਾਂ ਹੁਣ ਉਹ ਇਹ ਖਿਚੜੀ ਜਿਹੜੀ ਬੀਜੇਪੀ ਬਣਾਏਗੀ, ਪੰਜਾਬ ਫਰਕ ਹੈ। ਇਹਨਾਂ ਨੂੰ ਸਿਆਣੇ ਬੰਦੇ ਇਹ ਕਹਿੰਦੇ ਆ ਕਿ ਤੁਸੀਂ ਪੰਜਾਬ ਦਾ ਹਿੰਦੂ ਤੇ ਪੰਜਾਬ ਦਾ ਸਿੱਖ ਉਵੇਂ ਨਾ ਗਿਣੋ ਜਿਵੇਂ ਬਾਕੀਆਂ ਨੂੰ ਗਿਣਦੇ ਹੋ। ਬਹੁਤ ਮਿਹਰਬਾਨੀ ਤੁਹਾਡੇ ਸਵਾਲ ਦੀ ਬਾਜਵਾ ਸਾਹਿਬ। ਕੇਸੀ ਸਿੰਘ ਜੀ, ਆਪਾਂ ਲੋਕਾਂ ਵਿੱਚ, ਇੰਡੀਆ ਵਿੱਚ, ਪੰਜਾਬ ਵਿੱਚ ਔਰ ਡਾਇਸਪੋਰਾ ਵਿੱਚ ਇੱਕ ਬੜੀ ਹੋਪਲੈਸਨੈਸ ਦਿਖਦੀ ਹੈ ਪੰਜਾਬ ਦੇ ਪੋਲੀਟੀਕਲ ਸਿਸਟਮ ਨੂੰ ਲੈ ਕੇ। ਉੱਥੇ ਦੀ ਜਿਹੜੀ ਪਾਰਟੀਆਂ, ਉੱਥੇ ਦੇ ਜਿਹੜੇ ਚੀਫ ਮਿਨਿਸਟਰ ਬਣੇ, ਸਾਰੀ ਜਿਹੜੀ ਪੋਲੀਟੀਕਲ ਸਿਸਟਮ ਹੈਗਾ ਉੱਥੇ ਦਾ, ਪਾਰਟੀਕੂਲਰਲੀ ਪੰਜਾਬ ਦਾ। ਔਰ ਤੁਸੀਂ ਇਹ ਗੱਲ ਕੀਤੀ ਕਿ ਉੱਥੇ ਇੱਕ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਜੋ ਪੰਜਾਬ ਨੂੰ ਸਮਝਦੀ ਹੈ, ਜੋ ਪੰਜਾਬ ਦੇ ਇਸ਼ੂਜ਼ ਨੂੰ ਸਮਝਦੀ ਹੈ ਔਰ ਪੰਜਾਬ ਦੇ ਇਸ਼ੂਜ਼ ਲਈ ਲੜਨ ਲਈ ਤਿਆਰ ਹੈ। ਲੋਕ ਅੱਜ ਦੀ ਡੇਟ ਵਿੱਚ ਅਕਾਲੀ ਦਲ ਨੂੰ ਉਹ ਖੇਤਰੀ ਪਾਰਟੀ ਨਹੀਂ ਮੰਨਦੇ। ਇਸ ਬਾਰੇ ਤੁਹਾਡੀ ਰਾਏ ਲਾਂਗੇ, ਵਿਚਾਰ ਸੁਣਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ। ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਕੇਸੀ ਸਿੰਘ ਜੀ, ਤੁਸੀਂ ਪਿਛਲੇ ਸਾਲ ਇੱਕ ਸਾਂਝਾ ਸੁਨਹਿਰਾ ਪੰਜਾਬ ਮੰਚ ਕਰਕੇ ਇੱਕ NGO ਸ਼ੁਰੂ ਕੀਤੀ। ਫਿਰ ਇਸ ਸਾਲ ਤੁਸੀਂ ਸੁਨਹਿਰਾ ਪੰਜਾਬ ਪਾਰਟੀ, ਇੱਕ ਪੋਲੀਟੀਕਲ ਪਾਰਟੀ ਸ਼ੁਰੂ ਕੀਤੀ ਹੈ। ਸਾਨੂੰ ਦੱਸੋਗੇ ਕੁਇਕਲੀ ਕੀ ਤੁਹਾਨੂੰ ਲੋੜ ਫੀਲ ਹੋਈ ਹੈ ਪਾਰਟੀ ਸਟਾਰਟ ਕਰਨ ਦੀ? ਦੇਖੋ, ਮੰਚ ਇਸ ਲਈ ਸੀਗੇ ਅਸੀਂ ਕਿ ਇੱਕ ਕੋਈ ਪਲੇਟਫਾਰਮ ਹੋਣਾ ਚਾਹੀਦਾ ਜਿੱਥੇ ਪੰਜਾਬ ਦੇ ਮੁੱਦੇ ਚੱਕੀਏ ਜੀ, ਕਿਉਂਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਲੱਗੀਆਂ ਹੋਈਆਂ ਸੀ ਉਹ ਆਪਸ 'ਚ ਖਿੱਚ ਤੂ ਕਰੀ ਜਾਂਦੀਆਂ ਸੀ ਇੱਕ ਦੂਜੇ ਤੇ, ਮੁੱਦਿਆਂ ਦੀ ਕੋਈ ਗੱਲ ਨਹੀਂ ਸੀ ਕਰਦਾ ਜੀ।
ਉਹ ਅਸੀਂ ਫਿਰ ਜਦ ਕੋਵਿਡ ਦਾ ਟਾਈਮ ਚੱਲ ਰਿਹਾ ਸੀ ਫਿਰ ਵੀ 100 200 ਬੰਦਾ ਕਰਕੇ 7-8 ਫੰਕਸ਼ਨ ਅਸੀਂ ਕੀਤੇ ਮਾਲਵੇ ਦੇ ਅੰਦਰ ਜੀ ਲੁਧਿਆਣੇ 'ਚ ਕੀਤਾ। ਉਹ ਲੋਕਾਂ 'ਚੋਂ ਫਿਰ ਇੰਟਰੈਕਟਿਵ ਕੀਤਾ, ਉਹਨਾਂ ਨੂੰ ਮਾਈਕ ਦਿੰਦੇ ਸੀ। ਸਵਾਲ ਇਹ ਆਉਂਦਾ ਸੀਗਾ ਕਿ ਤੁਸੀਂ ਮੁੱਦੇ ਤਾਂ ਠੀਕ ਚੱਕਦੇ ਹੋ, ਜੀ ਜਦ ਤਾਈਂ ਤੁਸੀਂ ਆਪ ਨਹੀਂ ਆਓਗੇ ਇਹਦੇ 'ਚ ਮੈਦਾਨ 'ਚ ਤੇ ਤੁਸੀਂ ਇਲਾਜ ਕਿਵੇਂ ਲੱਭੋਗੇ? ਜੀ ਫਿਰ ਅਸੀਂ ਉਹਦੇ 'ਚ ਫਿਰ ਮੈਂ ਕਿਸਾਨ ਨੇਤਾ ਨਾਲ ਗੱਲ ਕੀਤੀ, ਬਲਬੀਰ ਰਾਜੇਵਾਲ ਨਾਲ ਹੋਈ, 2-3 ਹੋਰ ਬੰਦਿਆਂ ਨਾਲ ਹੋਈ। ਉਹਨਾਂ ਨੂੰ ਇਹ ਰਿਕੁਐਸਟ ਕੀਤਾ, ਅਸੀਂ ਕਿਹਾ ਜੀ ਦੇਖੋ ਤੁਸੀਂ ਥਾਪੀ ਦਿਓ ਸਾਨੂੰ, ਅਸੀਂ ਪਾਰਟੀ ਬਣਾ ਲੈਂਦੇ ਹਾਂ, ਤੁਸੀਂ ਬਣ ਜਾਓ ਚੀਫ ਮਿਨਿਸਟਰ ਬਣ ਜਾਓ, ਕੀ ਫਰਕ ਪੈਂਦਾ ਉਹਦੇ 'ਚ, ਕੋਈ ਬਣ ਜਾਏ ਜੀ, ਲੇਕਿਨ ਅਸੀਂ ਚਲਦੀ ਤਾਂ ਕਰੀਏ। ਹਲੇ ਉਹਨਾਂ ਨੇ ਅੰਦੋਲਨ ਬੰਦ ਨਹੀਂ ਸੀ ਹੋਇਆ। ਅੱਛਾ ਜੀ। ਲੇਕਿਨ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਉਹ ਕਹਿੰਦੇ ਨਹੀਂ ਪਹਿਲਾਂ ਅੰਦੋਲਨ ਕਰ ਲਈਏ। ਫਿਰ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਉਹ ਆਪਣੀ ਹੀ ਬਣਾਉਣਗੇ ਜੋ ਉਹਨਾਂ ਨੇ ਬਣਾਈ ਜੀ, ਔਰ ਉਹ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਨਾਲ ਬੰਦੇ ਜੁੜੇ ਹੋਏ ਆ, ਉਹ ਕਿਉਂ ਕਿਸੇ ਨਾਲ ਜੁੜਨ। ਜੀ ਤੋ ਉਹਦੇ ਬਾਅਦ ਫਿਰ ਅਸੀਂ ਅਪਲਾਈ ਕਰਤਾ ਦਸੰਬਰ 'ਚ, ਠੀਕ ਹੈ। ਸਾਡਾ ਨਾਂ ਅਪਰੂਵ ਹੋ ਗਿਆ ਸੀ। ਜਨਵਰੀ 'ਚ ਖੜੇ ਕਰ ਸਕਦੇ ਸੀ ਬੰਦੇ, ਜੀ ਪਰ ਤਦ ਤਾਈਂ ਮਹਾਰਾਜ ਸਾਹਿਬ ਨੇ ਖੜੇ ਕਰਤੇ, ਢੀਂਡਸਾ ਨੇ, ਬੀਜੇਪੀ ਨੇ, ਕਾਂਗਰਸ ਨੇ, ਜੀ ਕੋਈ ਬਚਿਆ ਹੀ ਨਹੀਂ ਬੰਦਾ ਜਿਹਨੇ ਨਹੀਂ ਇਸ ਚਲੋ ਇਹਨਾਂ ਨੂੰ ਲੜ ਲੈਣ ਤੋਂ ਐਤਕੀ। ਜੀ ਜਾਂ ਕਸਮਾਨ ਮੱਝਦਾ ਹੋਵੇ, ਇੱਕ ਉਹ ਫਾਰਸੀ ਦੀ ਪੁਰਾਣੀ ਕਹਾਵਤ ਹੈ ਕਿ ਜੀ ਬਹੁਤ ਕਸਮਾਨ ਮੱਝਦਾ ਹੋਵੇ ਨਾ ਫਿਰ ਹਿਲਣਾ ਬੰਦ ਕਰ ਦਿਓ, ਫਿਰ ਖੜ ਜਾਓ। ਉਹ ਜਿਹੜੇ ਕਸਮਾਨ ਮਚਾਉਂਦੇ ਉਹਨਾਂ ਨੂੰ ਮਚਾਈ ਜਾਣ ਦਿਓ, ਆਪੇ ਆਪਣੀ ਆਪਣੀ ਜਗ੍ਹਾ ਆ ਜਾਣਗੇ। ਕੇਸੀ ਸਿੰਘ ਜੀ ਸਾਡੇ ਨਾਲ ਕੁਝ ਕਾਲਰਸ ਜੁੜ ਗਏ ਨੇ, ਆਪਾਂ ਇਹਨਾਂ ਨਾਲ ਗੱਲ ਕਰੀਏ। ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਹਾਂ ਸਤਿ ਸ਼੍ਰੀ ਅਕਾਲ ਹਰੋਲ ਭਾਈ, ਮੈਂ ਪੱਡਾ ਬੋਲਦਾ ਭਾਈ। ਹਾਂਜੀ ਸਤਿ ਸ਼੍ਰੀ ਅਕਾਲ, ਕਿੱਧਰੋਂ ਬੋਲ ਰਹੇ ਹੋ ਜੀ? ਮੈਂ ਰਿਚਮੰਡ ਦੇ ਤੋਂ ਬੋਲਦਾ ਭਾਈ। ਹਾਂਜੀ ਭਾਈ ਸਾਹਿਬ ਜੀ, ਕੀ ਬੋਲਣਾ ਚਾਹੋਗੇ? ਮੈਂ ਭਾਈ ਇਹ ਕਹਿੰਦਾ ਵੀ ਕੇਪੀ ਸਿੰਘ ਭਾਜੀ ਦੇ ਵਿਚਾਰ ਮੈਂ ਸੁਣ ਰਿਹਾ, ਬਹੁਤ ਵਧੀਆ ਵਿਚਾਰ ਨੇ ਤੇ ਬਹੁਤ ਜ਼ਿਆਦਾ ਨੌਲੇਜ ਰੱਖਦੇ ਆ ਜੀ। ਤੇ ਇਹੋ ਜਿਹੇ ਬੰਦਿਆਂ ਨੂੰ ਪੰਜਾਬ ਦੀ ਜਾ ਕੇ ਤੇ ਮੋਹਦਵਾਰੀ ਕਰਨੀ ਚਾਹੀਦੀ ਆ। ਤੇ ਨੇ ਸੂਝਵਾਨ ਬੰਦੇ ਆ ਤੇ ਇਹੋ ਜਿਹੇ ਬੰਦਿਆਂ ਦੀ ਪੰਜਾਬ ਵਿੱਚ ਲੋੜ। ਜੀ ਜੀ, ਤੁਹਾਡੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਿੰਦਰ ਗਿੱਲ ਸੈਕੰਡ ਤੋਂ ਬੋਲ ਰਿਹਾ ਜੀ। ਹਾਂਜੀ ਗੁਰਿੰਦਰ ਜੀ, ਕੀ ਕਹਿਣਾ ਚਾਹੋਗੇ? ਕਹਿਣਾ ਚਾਹੁੰਦਾ ਵੀ ਜੀ ਉਹਨੂੰ ਇੱਕ ਦੋ ਕੁਐਸਚਨ ਨੇ। ਇੱਕ ਤਾਂ ਇਹ ਆ ਵੀ ਜੇ ਹੁਣ ਆਪਾਂ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਅਕਾਲੀ ਦਲ ਬਾਦਲਾਂ ਨੇ ਨਹੀਂ ਛੱਡਣਾ, ਇਸ ਕਰਕੇ ਰੀਜਨਲ ਪਾਰਟੀ ਜਿੰਨੇ ਚਿਰ ਬਾਦਲ ਨਹੀਂ ਛੱਡਦੇ ਅਕਾਲੀ ਦਲ ਮੁਰਸਜੀਤ ਨਹੀਂ ਹੋ ਸਕਦਾ। ਕਾਂਗਰਸ ਸਾਰੀ ਟੁੱਟ ਕੇ ਬੀਜੇਪੀ 'ਚ ਚਲੀ ਗਈ ਆ ਤੇ ਨਵੀਂ ਪਾਰਟੀ ਇਹ ਵੀਰ ਜੀ ਨਹੀਂ ਸ਼ੁਰੂ ਕਰ ਰਹੇ, ਚਲੋ ਦੈਟਸ ਵੈਰੀ ਗੁੱਡ, ਕਰਨੀ ਚਾਹੀਦੀ ਹੈ ਇਹਨਾਂ ਨੂੰ। ਪਰ ਜੇ ਹੁਣ ਰਾਜੇਵਾਲ ਹੋਣਾ ਨਹੀਂ ਲੈਣਾ ਚਾਹੁੰਦੇ ਆ, ਰਾਜੇਵਾਲ ਹੋਣਾ ਨੇ ਜੋ ਬੀਜੇਪੀ ਨਾਲ ਰਲ ਕੇ ਕਿਸਾਨਾਂ ਦੇ ਮੁੱਦੇ ਵਿਚਾਲੇ ਛੱਡ ਕੇ ਉਹਨਾਂ ਦੀਆਂ ਮਿਹਨਤਾਂ ਵੀ ਕਰੀਆਂ ਜੀ ਅਮਰੀਕਾ ਤੋਂ ਬਹਿ ਕੇ ਵੀ ਤੁਸੀਂ ਇੱਥੋਂ ਉੱਠ ਕੇ ਨਾ ਜਾਓ ਜਿੰਨਾ ਚਿਰ ਤੁਹਾਨੂੰ ਕੋਈ ਚੀਜ਼ ਲਿਖਤੀ ਵਿੱਚ ਨਹੀਂ ਦੇਂਦੇ। ਪਰ ਉਹਨਾਂ ਦੀ ਬੀਜੇਪੀ ਨਾਲ ਅੰਦਰੋਂ ਗੱਲਬਾਤ ਹੋਈ ਸੀ। ਉਹਨਾਂ ਨੇ ਉਹ ਆਪਣਾ ਮੋਰਚਾ ਉਠਾ ਕੇ ਪੰਜਾਬ ਜਾਣਾ ਸੀ ਤੇ ਇਲੈਕਸ਼ਨ ਲੜਨੀ ਸੀ। ਉਹਨਾਂ ਦੀ ਪ੍ਰੀ ਪਲਾਨਡ ਪ੍ਰੋਬਲਮ ਚੱਲ ਰਹੀ ਸੀ। ਫਿਰ ਸੈਕੰਡ ਗੱਲ ਜਿਹੜੀ ਆਪਾਂ ਹੁਣ ਆਮ ਆਦਮੀ ਪਾਰਟੀ ਆਈ ਆ, ਆਪਾਂ ਜਦ ਨੇੜਿਓਂ ਦੇਖਦੇ ਆ ਜੀ ਤਾਂ ਇਹ ਦੇਖੋ, ਪਹਿਲੀ ਗੱਲ ਤਾਂ ਕਰਪਸ਼ਨ ਤੇ 100% ਨਹੀਂ 80-90% ਕਰਪਸ਼ਨ ਦੀ ਪ੍ਰੋਬਲਮ ਆਮ ਲੋਕਾਂ ਦੀ ਸੋਲਵ ਹੋ ਗਈ ਹੈ। ਜਿਹੜੀ ਹੁਣ ਕੁਲਦੀਪ ਧਾਲੀਵਾਲ ਆਪਣੇ ਹਜ਼ਾਰਾਂ ਏਕੜ ਮੇਬੀ ਲੱਖ ਹੀ ਹੋ ਜਾਵੇ ਉਹ ਛਡਾ ਕੇ ਪੰਜਾਬ ਗੌਰਮੈਂਟ ਦੇ ਡੋਮੇਨ ਦੇ ਵਿੱਚ ਲੈ ਆਇਆ। ਇਹ ਕਦੇ ਆਪਾਂ ਇਹਨਾਂ ਜਿਹੜੀਆਂ ਚਾਹੇ ਅਕਾਲੀ ਹੋਣ ਕਾਂਗਰਸ ਹੋਣ ਜਾਂ ਨਵੀਆਂ ਪਾਰਟੀਆਂ ਜੋ ਵੀ ਬੱਚੇ ਬਣਾਉਣੀ ਚਾਹੁੰਦੇ ਆ, ਕੋਈ ਮੇਰਾ ਖਿਆਲ ਏਡਾ ਵੱਡਾ ਸਟੈਪ ਲੈਣ ਦੇ ਵਿੱਚ ਸਮਰੱਥ ਨਹੀਂ ਸੀਗਾ। ਤੇ ਬਾਕੀ ਜੋ ਕੰਮ ਹੋ ਰਿਹਾ ਸਹੀ ਹੋ ਰਿਹਾ, ਜਾਂ ਜੇ ਵੀਰ ਜੀ ਹੁਣੀ ਤੋਂ ਪਾਸੇ ਕੁਝ ਕਰਨਾ ਚਾਹੁੰਦੇ ਆ ਤਾਂ ਉਹ ਕੀ ਕਰਨਗੇ ਜੇ ਨਵੀਂ ਪਾਰਟੀ ਹੋਊਗੀ ਇੱਥੇ, ਕਿਉਂਕਿ ਅਸੀਂ ਵੀ ਚਾਹੁੰਦੇ ਰੀਜਨਲ ਪਾਰਟੀ ਹੋਵੇ, ਪਰ ਕਰਨਗੇ ਕੀ ਉਹਦੇ ਬਾਰੇ ਸਾਨੂੰ ਚਾਨਣਾ ਪਾਉਣਾ। ਹਾਂਜੀ, ਤੁਹਾਡੇ ਸਵਾਲ ਦਾ ਬਹੁਤ ਬਹੁਤ ਸ਼ੁਕਰੀਆ। ਕੇਸੀ ਸਿੰਘ ਜੀ, ਤੁਸੀਂ ਸੁਣਿਆ ਸਾਡੇ ਜਿਹੜੇ ਵਿਊਅਰਸ ਉਹ ਕਹਿ ਰਹੇ ਨੇ ਕਿ ਉਹ ਕੁਝ ਉਹਨਾਂ ਨੂੰ ਹੋਪ ਨਜ਼ਰ ਆ ਰਹੀ ਹੈ ਆਪ ਜੋ ਕਰ ਰਹੀ ਹੈ, ਉਹ ਕਹਿੰਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਨੂੰ? ਦੇਖੋ ਕਰਪਸ਼ਨ ਦਾ ਜੇ ਤੁਸੀਂ ਕੁਝ ਟਾਈਮ ਲਈ ਡਰ ਨਾਲ ਡਰਾ ਕੇ ਕਿ ਤੁਸੀਂ ਟੇਪ ਬਣਾ ਕੇ ਸਾਨੂੰ ਭੇਜੋ ਅਸੀਂ ਸਸਪੈਂਡ ਕਰ ਦਾਂਗੇ। ਇਹਨਾਂ ਨੇ ਹੈਲਥ ਮਿਨਿਸਟਰ ਆਪਣਾ ਫੜ ਲਿਆ ਫਿਰ ਬੇਲ ਤੇ ਛੁਡਾਤਾ। ਦਿੱਲੀ ਦੇ ਆਪਣੇ ਇਹਨਾਂ ਦੇ ਬੰਦੇ ਐਕਸਾਈਜ਼ ਦੇ ਇਹਨਾਂ ਤੇ ਕੇਸ ਬਣੇ ਹੋਏ ਨੇ। ਜਿਹੜਾ ਸੈਂਟਰ ਬਣਾ ਰਿਹਾ ਹੈ ਉਹਨਾਂ ਨੇ ਕਿਹਾ ਐਕਸਾਈਜ਼ ਪਾਲਿਸੀ ਤੁਸੀਂ ਦੱਸੋ ਕਿਵੇਂ, ਫਿਰ ਇਹ ਡਰ ਕੇ ਆਪਣੀ ਪਾਲਿਸੀ ਵਾਪਸ ਲੈ ਲਈ। ਉਹੀ ਪੰਜਾਬ 'ਚ ਲਾਉਣਾ ਚਾਹੁੰਦੇ ਸੀ। ਸੋ ਇਸ ਕਰਕੇ ਇਮਾਨਦਾਰ ਕੌਣ ਹੈ ਨਹੀਂ ਇਮਾਨਦਾਰ, ਕਿੰਨਾ ਡਰਾਮਾ ਹੁੰਦਾ ਹੈ। ਇਮਾਨਦਾਰੀ ਦੇਖੋ, ਕੋਈ ਵੀ ਬੰਦਾ ਜੇ ਕਹੇ, ਭਗਵੰਤ ਮਾਨ ਨੇ ਕਿਹਾ ਜਿਵੇਂ ਮੈਂ 100% ਹਟਾਤੀ, ਕੋਈ ਚੀਫ ਮਿਨਿਸਟਰ ਕੋਈ ਪੋਲੀਟੀਕਲ ਲੀਡਰ ਜੇ ਕਹੇ ਮੈਂ 100% ਕਰਪਸ਼ਨ ਹਟਾਤੀ, ਉਹ ਝੂਠ ਬੋਲਦਾ ਹੈ ਜੀ। 100% ਨਹੀਂ ਹਟ ਸਕਦੀ। ਦੂਸਰੀ ਗੱਲ ਹੈ ਕਿ ਤੁਸੀਂ ਸਿਸਟਮ ਬਦਲੋ, ਡਰਾ ਕੇ ਟੇਪ ਬਣਵਾ ਕੇ ਥੋੜਾ ਟਾਈਮ ਲਈ ਹਟ ਜਾਣਗੇ, ਰੇਟ ਵੱਧ ਜਾਊਗਾ। ਦੇਖੋ ਤਹਿਸੀਲਦਾਰ ਅੱਜ ਵੀ ਜੇ ਤੁਸੀਂ ਰਜਿਸਟਰੀ ਕਰਾਉਣੀ ਹੈ
ਉਹੀ ਜੀ ਕਰਪਸ਼ਨ ਹਟ ਜਾਏਗੀ ਜਿੱਥੇ ਕੋਈ ਥੋੜਾ ਤੁਹਾਨੂੰ ਤੰਗ ਕਰਦਾ ਹੈ, ਕੋਈ ਚੀਜ਼ ਲੈਣੀ ਹੈ ਲੈ ਲਓ। ਲੇਕਿਨ ਕਈ ਚੀਜ਼ਾਂ 'ਚ ਕਰਪਸ਼ਨ 'ਚ ਦੋਨੋਂ ਮਿਲੇ ਹੁੰਦੇ ਆ, ਕਿਉਂਕਿ ਤੁਸੀਂ ਰਜਿਸਟਰੀ ਘੱਟ ਪੈਸਿਆਂ ਦੀ ਕਰਾਉਣੀ ਹੈ, ਤੁਹਾਡੀ ਵੀ ਸਟੈਂਪ ਡਿਊਟੀ ਘੱਟ ਲੱਗੂਗੀ। ਤਹਿਸੀਲਦਾਰ ਨਾਲ ਜੇ ਤੁਸੀਂ ਅੱਖਾਂ ਦਿਖਾਓਗੇ ਉਹ ਬਤਾ ਦੂਗਾ, ਤੁਹਾਡੀ ਸਟੈਂਪ ਡਿਊਟੀ ਵੱਧ ਜੂਗੀ। ਤਾਂ ਇਸ ਕਰਕੇ ਤੁਸੀਂ ਕਹਿੰਦੇ ਚੱਲ ਦਫਾ ਕਰੋ ਯਾਰ, ਇਹਨੂੰ ਦਿਓ। ਸੋ ਉਹੀ ਜੇ ਕਰਪਸ਼ਨ ਨਹੀਂ ਹਟ ਸਕਦੀ ਜਦ ਤੱਕ ਤੁਸੀਂ ਰੇਟ ਨਾ ਬਦਲੋ, ਜਦ ਤੁਸੀਂ ਤਰੀਕਾ ਨਾ ਬਦਲੋ ਕਿ ਜ਼ਮੀਨਾਂ ਦਾ, ਉਹਨਾਂ ਦੀ ਵੈਲਿਊਏਸ਼ਨ ਦਾ ਤਰੀਕਾ ਨਾ ਬਦਲੋ, ਉਹਦੀ ਸਟੈਂਪ ਡਿਊਟੀ ਘਟਾਓ। ਸੋ ਉਹ ਤਬਦੀਲੀ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ। ਸਿਸਟਮ ਨੂੰ ਕਿਵੇਂ ਬਦਲਣਾ ਹੈ ਤਾਂ ਕਿ ਲੋਕਾਂ ਨੂੰ ਜਾਣਾ ਨਾ ਪਵੇ, ਘਰ ਬੈਠੇ ਉਹਨਾਂ ਦਾ ਕੰਮ ਹੋਵੇ। ਬਾਕੀ ਜਿਹੜੀ ਡਰਾਮੇਬਾਜ਼ੀ ਹੈ ਉਹ ਤੁਸੀਂ ਕਰੀ ਜਾਓ, ਅਸੀਂ ਇਹ ਬੰਦਾ ਫੜ ਲਿਆ ਜੀ, ਟੇਪ ਆ ਗਏ ਜੀ, ਅਸੀਂ ਟੇਪ ਤੇ ਫੜ ਲਿਆ, ਉਹਦਾ ਥੋੜਾ ਚਿਰ ਅਸਰ ਹੋਏਗਾ, ਉਹਦੇ ਬਾਅਦ ਹਟ ਨਹੀਂ ਆਏਗਾ ਉਹਦਾ, ਕਿਉਂਕਿ ਸਿਸਟਮ ਤਾਂ ਉਹੀ ਹੈ ਨਾ। ਤੁਸੀਂ ਸਿਰਫ ਕਰਪਸ਼ਨ ਨੂੰ ਸ਼ਿਫਟ ਕਰ ਦਿੰਦੇ ਹੋ, ਛੋਟੀ ਕਰਪਸ਼ਨ ਹਟਾ ਦਿੰਦੇ ਹੋ, ਲੇਕਿਨ ਜਿਹੜੀ ਵੱਡੀ ਕਰਪਸ਼ਨ ਹੈ ਉਹ ਨਹੀਂ ਹਟਦੀ ਜਦ ਤੱਕ ਸਿਸਟਮ ਨਹੀਂ ਬਦਲੋਗੇ। ਉਹ ਜ਼ਮੀਨਾਂ ਹੀ ਤੁਸੀਂ ਗੱਲ ਕਰਦੇ ਹੋ, ਉਹਦੇ ਬਾਅਦ ਹੀ ਟ੍ਰਿਬਿਊਨ 'ਚ ਹਲੇ ਮੈਂ ਪਿਛਲੇ ਹਫਤੇ ਆਇਆ, ਉਹਦੇ 'ਚ ਅਖਬਾਰਾਂ 'ਚ ਆਰਟੀਕਲ ਆ ਗਿਆ ਕਿ ਜਿਹੜੀਆਂ ਜ਼ਮੀਨਾਂ ਇਹਨਾਂ ਨੇ ਕਿਹਾ ਸੀ ਅਸੀਂ ਸ਼ਾਮਲਾਟਾਂ ਵਾਪਸ ਲੈ ਲਈਆਂ, ਉਹ 'ਚ ਵਾਹੀ ਜਾ ਰਹੇ ਦੁਬਾਰਾ ਬੰਦੇ। ਉਹ ਠੀਕ ਹੈ, ਸ਼ਾਮਲਾਟਾਂ ਕਿੰਨੀਆਂ ਲੈ ਲਓਗੇ ਤੁਸੀਂ ਸ਼ਾਮਲਾਟਾਂ ਵਾਪਸ? ਸੋ ਇਹ ਚੀਜ਼ਾਂ, ਇਹ ਡਰਾਮੇਬਾਜ਼ੀ ਹੈ। ਇਹ ਡਰਾਮੇਬਾਜ਼ੀ ਨਾਲ ਸ਼ੁਰੂ ਇੱਕ ਮਹੀਨਾ, 2 ਮਹੀਨੇ, 3 ਮਹੀਨੇ ਤੁਸੀਂ ਕਰੋਗੇ ਡਰਾਮੇਬਾਜ਼ੀ, ਉਹਦੇ ਬਾਅਦ ਕੀ ਹੋਊਗਾ? ਖੇਤੀਬਾੜੀ ਨੂੰ ਕਿਵੇਂ ਤੁਸੀਂ ਸੁਧਾਰ ਕਰੋਗੇ? ਕਿਸਾਨਾਂ ਦੀ ਆਮਦਨ ਕਿਵੇਂ ਵਧਾਓਗੇ? ਤੁਸੀਂ ਕਹਿੰਦੇ ਜੀ ਅਸੀਂ ਸਕੂਲ ਠੀਕ ਕਰ ਦਾਂਗੇ, ਉਹ ਕਰ ਦਾਂਗੇ। ਸਾਰੇ ਜਿਹੜੇ ਪੁਰਾਣੇ ਹੈਲਥ ਸੈਂਟਰ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਕਲੀ ਕੁਚੀ ਕਰਕੇ ਦੁਬਾਰਾ ਉਹਦੇ 'ਚ ਬੰਦੇ ਬਿਠਾ ਦਿਓ, ਉਹਦੇ ਨਾਲ ਥੋੜ੍ਹੀ ਫਰਕ ਪੈਂਦਾ ਹੈ। ਤੁਸੀਂ ਡਾਕਟਰ ਕਿੱਥੋਂ ਆਉਣਗੇ? ਡਾਕਟਰ ਤਾਂ ਉਹੀ ਹੈ ਨਾ ਤੁਹਾਡੇ ਕੋਲ ਜਿਹੜੇ ਪੁਰਾਣੇ ਨੇ, ਉਹ ਨਹੀਂ ਜਾਣਗੇ ਪਿੰਡਾਂ ਦੇ ਵਿੱਚ ਕਿਵੇਂ ਬੈਠਣਗੇ। ਸੋ ਇਸ ਕਰਕੇ ਇਹ ਮਾਡਲ ਲਿਆਂਦਾ ਇਹਨੇ ਦਿੱਲੀੋਂ। ਦਿੱਲੀ ਇੱਕ ਰਸੋ, ਉੱਥੇ ਆਮਦਨੀ ਜ਼ਿਆਦਾ ਹੈ ਸ਼ਹਿਰ ਦੀ। ਇੱਕ ਸ਼ਹਿਰ ਦੇ ਵਿੱਚ ਸਿੰਗਾਪੁਰ 'ਚ ਜਿਹੜਾ ਤੁਸੀਂ ਮਾਡਲ ਲਾ ਸਕਦੇ ਹੋ, ਉਹ ਤੁਸੀਂ ਅਫਰੀਕਾ 'ਚ ਨਹੀਂ ਲਾ ਸਕਦੇ, ਇੰਡੀਆ 'ਚ ਨਹੀਂ ਲਾ ਸਕਦੇ, ਉਹ ਤਾਂ ਸ਼ਹਿਰ ਹੈ। ਉਹ ਸ਼ਹਿਰ ਵਾਲਾ ਮਾਡਲ ਕੇਜਰੀਵਾਲ ਥੋਪਣਾ ਚਾਹੁੰਦਾ ਪੰਜਾਬ 'ਚ। ਉਹ ਥੋੜਾ ਚਿਰ ਤੁਸੀਂ ਇਹ ਡਰਾਮਾ ਕਰੀ ਜਾਓਗੇ, ਚੱਲੀ ਜਾਊਗਾ, ਲੇਕਿਨ ਉਹਦੇ ਨਾਲ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ, ਜਿਹੜਾ ਉਹਦਾ ਸੁਧਾਰ ਅਲੱਗ ਹੈ। ਕੇਸੀ ਸਿੰਘ ਜੀ, ਸਾਡੇ ਕੋਲ ਸਮਾਂ ਬਹੁਤਾ ਨਹੀਂ ਰਿਹਾ। ਅਸੀਂ ਸਾਡੇ ਕੋਲ ਕਾਲਰਸ ਹਾਲੀ ਵੀ ਕੁਝ ਲਾਈਨ ਤੇ, ਅਸੀਂ ਕੁਇਕਲੀ ਪੁੱਛ ਲੈਂਦੇ ਆ। ਤੇਜਿੰਦਰ ਜੀ, ਕੀ ਕਹਿਣਾ ਚਾਹੋਗੇ? ਸਮਾਂ ਸਾਡੇ ਕੋਲ ਬਹੁਤ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਜੀ ਜਿਹੜੀ ਗੱਲਬਾਤ ਕਰ ਰਹੇ ਆ, ਬੜੀ ਸੋਹਣੀਆਂ ਗੱਲਬਾਤਾਂ ਕਰ ਰਹੇ ਆ ਜੀ ਜੀ। ਉਹ ਕਰਪਸ਼ਨ ਵਗੈਰਾ ਹਟਾਉਂਦੇ ਆ, ਜਿਹੜੇ ਰਜਿਸਟਰੀਆਂ ਬੰਦ ਕੀਤੀਆਂ। ਮੈਂ ਆਪਣਾ ਮਕਾਨ ਉੱਥੋਂ ਵੇਚਣਾ ਚਾਹੁੰਦਾ ਸੀਗਾ ਜੀ ਜੀ। ਉਹਦਾ ਰਜਿਸਟਰੀ ਹੋਈ ਆ ਬਹੁਤ ਚਿਰ ਦੀ, ਮਾਡਲ ਟਾਊਨ ਚੋਂ ਤਹਿਸੀਲ ਹੁੰਦੀ ਸੀ ਜੀ। ਮੈਨੂੰ ਹੁਣ ਇੱਥੇ ਆਏ ਨੂੰ 44 ਸਾਲ ਹੋ ਗਏ ਆ। ਤੇਜਿੰਦਰ ਜੀ, ਤਹਿਸੀਲ ਉੱਥੇ ਹੁੰਦੀ ਸੀ, ਇੰਤਕਾਲ ਵੀ ਚੜਿਆ ਉਸ ਰਜਿਸਟਰੀ ਦਾ, ਉਹ ਕਹਿੰਦੇ ਹੈ ਹੀ ਨਹੀਂ ਰਜਿਸਟਰੀ, ਹੈ ਨਹੀਂ ਤੇਰੀ ਜੀ ਜੀ। ਤੇਜਿੰਦਰ ਜੀ, ਸਾਡੇ ਕੋਲ ਸਮਾਂ ਬਹੁਤ ਨਹੀਂ ਰਹਿ ਗਿਆ। ਮੈਂ ਤੁਹਾਡਾ ਸਵਾਲ ਕੇਸੀ ਸਿੰਘ ਜੀ ਦੇ ਸਾਹਮਣੇ ਜ਼ਰੂਰ ਰੱਖਦਾ। ਕੇਸੀ ਸਿੰਘ ਜੀ, ਜਿਹੜੀ ਮੇਨ ਪ੍ਰੋਬਲਮ ਹਾਲੀ ਵੀ ਲੋਕੀ ਦੇਖਦੇ ਨੇ ਉਹ ਹੈਗੀ ਫੇਥ ਦੀ, ਹੋਪ ਦੀ, ਟਰਸਟ ਦੀ। ਔਰ ਉਹ ਚੀਜ਼ ਲੱਗਦਾ ਹੈ, ਆਲਦੋ ਜੋ ਉਹ ਕੰਮ ਕਰ ਰਹੇ ਨੇ, ਕੁਝ ਸਾਡੇ ਵਿਊਅਰਸ ਦੇ ਵਿਊ ਦਿੱਤਾ ਕਿ ਉਹ ਉਸ ਨਾਲ ਖੁਸ਼ ਹੈਗੇ, ਬਟ ਮੋਸਟਲੀ ਆਪਾਂ ਇਹ ਵੇਖਿਆ ਕਿ ਉਹ ਜਿਹੜਾ ਟਰਸਟ ਹੈ ਉਹ ਹਾਲੀ ਸਾਹਮਣੇ ਨਹੀਂ ਆਇਆ। ਤੁਸੀਂ ਇੱਕ ਨਵੀਂ ਪਾਰਟੀ ਲੈ ਕੇ ਆਏ ਹੋ, ਤੁਹਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਹਾਲੇ ਤੱਕ ਜਾਣਦੇ ਹਾਂ, ਸਾਰੇ ਇੰਟੀਗ੍ਰਿਟੀ ਵਾਲੇ ਲੋਕ ਹੈਗੇ। ਤੁਸੀਂ ਕੁਇਕਲੀ ਕੁਝ ਕਹਿਣਾ ਚਾਹੋਗੇ ਆਪਣੇ ਵਿਊਅਰਸ ਨੂੰ? ਡਾਇਸਪੋਰਾ ਦਾ ਹਾਲੇ ਵੀ ਦਿਲ ਉੱਥੇ ਹੁੰਦਾ ਹੈ ਪੰਜਾਬ ਵਿੱਚ, ਉੱਥੇ ਦੀ ਪੋਲਿਟਿਕਸ ਨੂੰ, ਉੱਥੇ ਦੇ ਕਲਚਰ ਨੂੰ ਸਪੋਰਟ ਕਰਦੇ ਨੇ। ਕੁਇਕਲੀ ਇਨ ਅ ਫਿਊ ਸੈਕਿੰਡਸ। ਦੇਖੋ, ਇਹਨਾਂ ਦਾ ਦਿਲ ਧੜਕਦਾ ਹੈ ਪੰਜਾਬ ਲਈ, ਲੇਕਿਨ ਜਦ ਤੱਕ ਅਸੀਂ ਉੱਥੇ ਪੂਰਾ ਸੁਧਾਰ ਨਹੀਂ ਕਰਾਂਗੇ ਪੰਜਾਬ ਦਾ, ਔਰ ਪੰਜਾਬ ਦੀ ਦਾ ਹਾਕਮ ਜਿਹੜਾ ਹੈ ਉਹ ਪੰਜਾਬ ਦਾ ਹੀ ਹੋਵੇ, ਉਹ ਦਿੱਲੀੋਂ ਨਾ ਆਉਣ, ਇਹਨਾਂ ਨੂੰ ਇਨਸਟਰਕਸ਼ਨਸ ਉੱਥੋਂ ਆਉਂਦੀਆਂ। ਤੀਜੇ ਦਿਨ ਤਾਂ ਭਗਵੰਤ ਮਾਨ ਭੱਜਿਆ ਹੁੰਦਾ ਦਿੱਲੀ ਪੁੱਛਣ ਨੂੰ। ਹੁਣ ਇਸ ਵੇਲੇ ਮੈਂ ਤੁਹਾਨੂੰ ਇੱਕ ਦਿਨਾ ਉਦਾਹਰਨ, ਸਾਡਾ ਇੱਕ ਪੁਰਾਣਾ ਮੇਰੇ ਨੀਚੇ ਉਹਨੇ ਕੰਮ ਕੀਤਾ ਹੋਇਆ ਜੀ, ਅਮਨਦੀਪ ਗਿੱਲ, ਉਹ ਇਸ ਵੇਲੇ ਟੈਕਨੋਲੋਜੀ ਐਡਵਾਈਜ਼ਰ ਟੂ UN ਸੈਕਟਰੀ ਜਨਰਲ ਹੈ। ਠੀਕ ਹੈ ਜੀ। ਪਿਛਲੇ 1 ਮਹੀਨੇ ਦਾ ਉਹ ਲੱਗਿਆ। ਅੰਡਰ ਸੈਕਟਰੀ ਜਨਰਲ ਦਾ ਉਹਦਾ ਰੈਂਕ ਹੈ, ਹਾਈਐਸਟ ਰੈਂਕ UN ਦੇ ਵਿੱਚ ਜੀ। ਉਹ ਟੈਕਨੋਲੋਜੀ ਕਿਵੇਂ ਦੁਨੀਆ ਦੇ ਵਿੱਚ ਸ਼ੇਅਰ ਕਰਨੀ ਹੈ ਉਹਦੇ ਤੇ UN ਸੈਕਟਰੀ ਜਨਰਲ ਨੂੰ ਐਡਵਾਈਸ ਕਰੇਗਾ। ਉਹ 3 ਮਹੀਨੇ ਪਹਿਲਾਂ ਵਿਚਾਰਾ ਅਟੈਚਮੈਂਟ ਕਰਨ ਪੰਜਾਬ ਗਵਰਨਮੈਂਟ 'ਚ ਆਇਆ, ਮੈਨੂੰ ਮਿਲਣ ਆਇਆ ਕਰੇ 3 ਜਾਂ 4 ਮਹੀਨੇ ਪਹਿਲਾਂ। ਉਦੋਂ ਹਲੇ UN ਦੀ ਜੌਬ ਨਹੀਂ ਸੀ ਉਹਦੀ ਹੋਈ। ਚੀਫ ਮਿਨਿਸਟਰ ਨੂੰ ਮਿਲਣਾ ਸੀਗਾ, ਲਾਸਟ ਮਿੰਟ ਕਹਿੰਦੇ ਜੀ CM ਸਾਹਿਬ ਤਾਂ ਦਿੱਲੀ ਚਲੇ ਗਏ, ਇਹਦੇ ਨਾਲ ਮੁਲਾਕਾਤ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨਾ ਜ਼ਰੂਰੀ ਬੰਦਾ ਹੈ ਇਹ, ਉੱਥੇ ਹੋ ਕੇ ਵਾਪਸ ਆ ਗਿਆ। ਸੋ ਇਸ ਤਰੀਕੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਕਿ ਤੁਸੀਂ ਭੱਜੇ ਰਹੋ, ਦੂਜੇ ਦਿਨ ਬੈਠ ਕੇ ਕੰਮ ਕਰਨਾ ਪੈਂਦਾ ਹੈ। ਜਾਂ ਤਾਂ ਇਹ ਹੈ ਕਿ ਜਿਵੇਂ ਪਹਿਲਾਂ ਸੀਗਾ, ਚੀਫ ਮਿਨਿਸਟਰ ਆਵੇ ਹੀ ਨਾ, ਦਫ਼ਤਰ ਹੀ ਨਾ ਆਵੇ,
ਜਾਂ ਫਾਈਲਾਂ ਹੀ ਨਾ ਦੇਖੇ ਜਾਂ ਅਫਸਰਾਂ ਨਾਲ ਗੱਲ ਹੀ ਨਾ ਕਰ ਸਕੇ। ਸੋ ਅਫਸਰ ਮਾੜੇ ਨਹੀਂ ਹੁੰਦੇ, ਤੁਹਾਨੂੰ ਕੰਮ ਲੈਣਾ ਆਉਣਾ ਚਾਹੀਦਾ ਹੁੰਦਾ। ਵਿਜ਼ਨ ਦੂਰ ਅੰਦੇਸ਼ੀ ਕੀ ਹੈ ਉਹਦੇ ਮੁਤਾਬਕ। ਆਈ ਵਿਸ਼ ਵੀ ਹੈਡ ਮੋਰ ਟਾਈਮ। ਸਾਡਾ ਸਮਾਂ ਅੱਜ ਖਤਮ ਹੋ ਚਲਿਆ। ਜਿਵੇਂ ਕਿ ਤੁਸੀਂ ਆਖਿਰ ਵਿੱਚ ਵੀ ਐਗਜ਼ਾਮਪਲ ਦਿੱਤਾ ਹੈ, ਬਹੁਤ ਬਹੁਤ ਅੱਛੇ ਲੋਕ ਸਾਡੇ ਕੋਲ, ਸਾਡੀ ਕਮਿਊਨਿਟੀ ਵਿੱਚ ਸਾਡੇ ਕੋਲ ਸ਼ਾਮਿਲ ਹੈਗੇ ਆਲ ਓਵਰ ਦ ਵਰਲਡ, ਨਾਟ ਜਸਟ ਇਨ ਪੰਜਾਬ। ਆਪਾਂ ਸਾਰੇ ਮਿਲ ਕੇ ਪੰਜਾਬ ਲਈ ਸਾਰਿਆਂ ਦਾ ਦਿਲ ਧੜਕਦਾ ਹੈ। ਉਸ ਲਈ ਜੋ ਆਪਾਂ ਕਰ ਸਕਦੇ ਹਾਂ, ਸਿਰਫ ਸ਼ਾਰਟ ਟਰਮ ਨਹੀਂ, ਲੌਂਗ ਟਾਈਮ ਵਿਜ਼ਨ ਲੈ ਕੇ ਆਪਾਂ ਉਸ ਨਾਲ ਜੁੜੀਏ, ਉਸ ਵਿਜ਼ਨ ਦੇ ਨਾਲ ਜੁੜੀਏ, ਔਰ ਜੋ ਕੁਝ ਆਪਾਂ ਕਰ ਸਕਦੇ ਹਾਂ ਉਹ ਜ਼ਰੂਰ ਕਰੀਏ। ਕੇਸਰ ਸਿੰਘ ਜੀ, ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਇਹ ਸੀ ਸਾਡਾ ਅੱਜ ਦਾ ਸ਼ੋਅ। ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ।